ਸਿਸਟਮ ਹੈ ਉਹ ਤੋਂ ਵੀ ਲੋਕ ਅੱਕ ਚੁੱਕੇ ਨੇ, ਕਿਉਂਕਿ ਜਿਸ ਤਰ੍ਹਾਂ ਦਾ ਸਾਡਾ ਸਰਕਾਰੀ ਤੇ ਪ੍ਰਸ਼ਾਸਨਿਕ ਪ੍ਰਬੰਧ ਹੈ ਜੀ ਉਹਦੇ ਵਿੱਚ ਸਿਫਾਰਿਸ਼ ਤੇ ਪੈਸਾ, ਲੋਕ ਇਹ ਸੋਚਦੇ ਨੇ ਵੀ ਸਿਸਟਮ ਦੇ ਵਿੱਚ ਸਾਡੀ ਸੁਣਵਾਈ ਨਹੀਂ ਹੋਣੀ, ਕਿਉਂਕਿ ਬਹੁਤ ਥੋੜੇ ਲੋਕ ਨੇ ਜਿਹੜੇ ਕਿਸੇ ਨਾ ਕਿਸੇ ਅਫਸਰ ਤੱਕ ਜਾਂ ਸਿਆਸੀ ਲੀਡਰ ਤੱਕ ਪਹੁੰਚ ਕਰ ਸਕਦੇ। ਜਿਹੜੀ ਇਹ ਟਰਾਂਸਪੇਰੈਂਸੀ ਜਿਹੜੀ ਹੈ ਸਾਡੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਲਿਆਉਣੀ ਪਏਗੀ, ਤੇ ਉਹਦੇ ਲਈ ਜ਼ਰੂਰੀ ਹੈ ਵੀ ਜਿਹੜਾ ਉੱਤੇ ਬੈਠਾ ਹੈ, ਜਿਹੜਾ ਮੁੱਖ ਮੰਤਰੀ ਹੈ ਜਾਂ ਜਿਹੜੇ ਮੰਤਰੀ ਨੇ ਸੀਨੀਅਰ ਸਾਰੇ, ਉਹ ਸਾਫ਼ ਹੋਣ। ਫਿਲਮੀ ਸਿਤਾਰਿਆਂ ਤੇ ਕਰੋੜਾਂ ਰੁਪਏ ਖਰਚਤੇ, ਹਾਲਾਂਕਿ ਜੇ ਉਹੀ ਗਰੀਬ ਬੱਚਿਆਂ ਤੇ ਜਾਂ ਸਪੋਰਟਸਮੈਨਾਂ ਤੇ ਖਰਚੇ ਜਾਂਦੇ ਅੱਜ ਪੰਜਾਬ ਦੇ ਨਤੀਜੇ ਬਿਹਤਰ। ਜੋ ਮਹਿਕਮਾ ਸੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਸੀ ਜੀ, ਉਹਨਾਂ ਨੇ ਧਿਆਨ ਜ਼ਿਆਦਾ ਜ਼ੋਰ ਇਨਫਰਾਸਟ੍ਰਕਚਰ ਤੇ ਹੀ ਦੇਤਾ ਵੀ ਸਟੇਡੀਅਮ ਹੋਰ ਬਣਾ ਲਓ, ਸਾਰੀ ਜਗ੍ਹਾ ਤੇ ਸਟੇਡੀਅਮ ਬਣਾ ਦਿਓ। ਤਾਂ ਮੁਹਾਲੀ ਦੇ ਵਿੱਚ ਅਰਬਾਂ ਖਰਬਾਂ ਰੁਪਇਆ ਖਰਚਿਆ ਪਿਆ ਹਾਕੀ ਸਟੇਡੀਅਮ 'ਚ, ਕਾਮ ਬੋਲਦੇ ਨੇ। ਉਹ ਸਾਡੀਆਂ ਪ੍ਰਾਇੋਰਟੀਜ਼ ਗਲਤ ਹੋਈਆਂ। ਕੋਚ ਵਿਚਾਰੇ ਅੱਜ ਵੀ ਜਿਹੜੇ ਨੇ ਉਹ ਠੇਕੇ ਤੇ ਨੇ, ਕੰਟਰੈਕਟ ਤੇ ਨੇ, ਉਹਨਾਂ ਨੂੰ 10-10 ਹਜ਼ਾਰ ਰੁਪਏ, ਜਿਹਨੂੰ 10,000 ਮਿਲਦਾ ਹੈ ਕੋਚ ਨੂੰ, ਉਹ ਵਿਚਾਰਾ ਕੀ ਟ੍ਰੇਨਿੰਗ ਦੇਊਗਾ ਬੱਚਿਆਂ ਨੂੰ। ਬਾਦਲ ਦਲ ਅਤੇ ਕਾਂਗਰਸ ਤੋਂ ਬਿਨਾਂ ਅਸੀਂ ਕਿਸੇ ਨਾਲ ਵੀ ਕੰਮ ਕਰਨ ਨੂੰ ਤਿਆਰ ਹੈ ਜਿਹੜਾ ਪੰਜਾਬ ਦਾ ਭਲਾ ਕਰੇ। ਸਾਡਾ ਸਿਰਫ ਮਕਸਦ ਹੈ ਵੀ ਪੰਜਾਬ ਜਿਹੜਾ ਤਰੱਕੀ ਕਰੇ, ਪੰਜਾਬ ਦੀ ਜਿਹੜੀ ਹੈ ਖੁਸ਼ਹਾਲੀ ਦੁਬਾਰੇ ਪੰਜਾਬ 'ਚ ਆਵੇ। ਸਾਡੇ ਜਿਵੇਂ ਤੁਸੀਂ ਬੱਚਿਆਂ ਦੀ ਗੱਲ ਕੀਤੀ, ਉਰੇ ਰਹਿਣ। ਪੰਜਾਬੀ ਵੀਰੋ, ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖੇਡ ਮੈਦਾਨ ਬੋਲਦਾ ਹੈ। ਅੱਜ ਅਸੀਂ ਗੱਲ ਕਰਾਂਗੇ ਕੁਝ ਸਿਆਸਤ ਦੀ ਤੇ ਕੁਝ ਖੇਡਾਂ ਦੀ। ਮੇਰੇ ਨਾਲ ਨੇ ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ। ਸਰਦਾਰ ਪਰਮਿੰਦਰ ਸਿੰਘ ਢੀਂਡਸਾ ਕਿਸੇ ਜਾਣ ਪਹਿਚਾਣ ਦੇ ਮਥਾਜ ਨਹੀਂ ਹਨ ਤੇ ਪੰਜਾਬ ਦੀ ਸਿਆਸਤ ਦੇ ਉਹ ਚਮਕਦੇ ਸਿਤਾਰੇ ਨੇ, ਔਰ 5 ਵਾਰ ਉਹ ਵਿਧਾਇਕ ਰਹਿ ਚੁੱਕੇ ਨੇ ਅਤੇ 2 ਵਾਰ ਮਿਨਿਸਟਰ ਰਹਿ ਚੁੱਕੇ ਨੇ, ਔਰ ਖੇਡਾਂ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵਧੀਆ ਰਹਿਨੁਮਾਈ ਕਰ ਰਹੇ ਹਨ। ਪੰਜਾਬ ਸਾਈਕਲਿੰਗ ਅਤੇ ਇੰਡੀਆ ਸਾਈਕਲਿੰਗ ਦੇ ਪ੍ਰੈਜ਼ੀਡੈਂਟ ਨੇ, ਜਿਨ੍ਹਾਂ ਦੀ ਰਹਿਨੁਮਾਈ ਦੇ ਹੇਠ ਇੰਡੀਆ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਆ। ਤੇ ਢੀਂਡਸਾ ਸਾਹਿਬ, ਤੁਹਾਡਾ ਖੇਡ ਮੈਦਾਨ ਬੋਲਦਾ ਵਿੱਚ ਬਹੁਤ ਬਹੁਤ ਸਵਾਗਤ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜਰਕੜ ਸਾਹਿਬ। ਤੇ ਗੱਲ ਕਰਾਂਗੇ ਜੀ, ਅੱਜ ਜਿਹੜਾ ਪੰਜਾਬ ਦਾ ਯੂਥ ਆ ਉਹ ਬੜਾ ਡਾਮਾਡੋਲ ਹਾਲਾਤਾਂ ਦੇ ਵਿੱਚ, ਕਿਤੇ ਉਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਨੂੰ ਜਾਣ ਦੀ ਪਲੈਨਿੰਗ ਕਰ ਰਿਹਾ ਜਾਂ ਜਾ ਰਿਹਾ, ਅਤੇ ਕਿਤੇ ਉਹ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਿਹਾ ਵਾ। ਅਤੇ ਪ੍ਰਮਾਤਮਾ ਕਰੇ ਵੀ ਜੇ ਲੋਕਾਂ ਨੇ ਅੱਗੇ ਤੁਹਾਡੇ ਤੇ ਉੱਤੇ ਭਰੋਸਾ ਕੀਤਾ ਤਾਂ ਪੰਜਾਬ ਦੇ ਯੂਥ ਬਾਰੇ ਅਤੇ ਤੁਹਾਡੇ ਕੋਲ ਕੀ ਪ੍ਰੋਗਰਾਮ ਆ ਜਿਹਦੇ ਨਾਲ ਪੰਜਾਬ ਦਾ ਯੂਥ ਪੰਜਾਬ ਦੀ ਬਾਗਡੋਰ ਅੱਗੇ ਸੰਭਾਲੇ ਔਰ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਤੋਰੇ। ਦੇਖੋ ਜਰਕੜ ਸਾਹਿਬ, ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਨੌਜਵਾਨ ਜਿਹੜਾ ਹੈ ਉਹ ਬਾਹਰ ਨੂੰ ਭੱਜ ਰਿਹਾ। ਉਹਦੇ 2-3 ਕਾਰਨ ਨੇ ਜੀ। ਜਿਵੇਂ ਤੁਸੀਂ ਬੇਰੁਜ਼ਗਾਰੀ ਦੀ ਗੱਲ ਕੀਤੀ ਜੀ, ਉਸ ਤੋਂ ਇਲਾਵਾ ਜੋ ਸਿਸਟਮ ਹੈ ਉਹ ਤੋਂ ਵੀ ਲੋਕ ਅੱਕ ਚੁੱਕੇ ਨੇ, ਕਿਉਂਕਿ ਜਿਸ ਤਰ੍ਹਾਂ ਦਾ ਸਾਡਾ ਸਰਕਾਰੀ ਤੇ ਪ੍ਰਸ਼ਾਸਨਿਕ ਪ੍ਰਬੰਧ ਹੈ ਜੀ ਉਹਦੇ ਵਿੱਚ ਸਿਫਾਰਿਸ਼ ਤੇ ਪੈਸਾ, ਜੀ ਇਹ 2 ਚੀਜ਼ਾਂ ਭਾਰੂ ਹੋ ਕੇ ਰਹਿ ਗਈਆਂ ਨੇ। ਤੇ ਆਮ ਲੋਕਾਂ ਨੂੰ ਬਹੁਤ ਵਾਰੀ ਨਿਆਂ ਦੀ ਆਸ ਜਿਹੜੀ ਹੈ ਉਹ ਦਿਖਦੀ ਨਹੀਂ ਜੀ। ਲੋਕ ਇਹ ਸੋਚਦੇ ਨੇ ਵੀ ਸਿਸਟਮ ਦੇ ਵਿੱਚ ਸਾਡੀ ਸੁਣਵਾਈ ਨਹੀਂ ਹੋਣੀ, ਕਿਉਂਕਿ ਬਹੁਤ ਥੋੜੇ ਲੋਕ ਨੇ ਜਿਹੜੇ ਕਿਸੇ ਨਾ ਕਿਸੇ ਅਫਸਰ ਤੱਕ ਜਾਂ ਸਿਆਸੀ ਲੀਡਰ ਤੱਕ ਪਹੁੰਚ ਕਰ ਸਕਦੇ ਆ। ਸੋ ਇਸ ਲਈ ਬਾਹਰ ਦਾ ਜਦੋਂ ਜਾਂਦੇ ਨੇ ਜਾਂ ਸੁਣਦੇ ਨੇ, ਉਦੋਂ ਦੇਖਦੇ ਨੇ ਵੀ ਉੱਥੇ ਜੋ ਸਿਸਟਮ ਹੈ ਉੱਥੋਂ ਦਾ ਐਡਮਿਨਿਸਟ੍ਰੇਟਿਵ ਸਿਸਟਮ ਉਹ ਇੰਨਾ ਵਧੀਆ ਹੈ ਜਿਹਦੇ ਕਰਕੇ ਲੋਕ ਉੱਧਰ ਨੂੰ ਭੱਜਦੇ ਨੇ। ਜੀ। ਦੂਸਰਾ, ਬੇਰੁਜ਼ਗਾਰੀ ਜਿਹੜੀ ਹੈ ਉਹ ਵੀ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਮੈਂ ਸਮਝਦਾ ਸਾਡੇ ਬੇਰੁਜ਼ਗਾਰੀ ਵੱਧ ਰਹੀ ਹੈ। ਸੋ ਇਹ 2 ਵੱਡੇ ਕਾਰਨ ਮੈਂ ਸਮਝਦਾ, ਇਹਦੇ ਕਰਕੇ ਹੀ ਬੱਚੇ ਨਸ਼ਿਆਂ ਵੱਲ ਜਾ ਰਹੇ ਜਾਂ ਕ੍ਰਾਈਮ ਵੱਲ ਜਾ ਰਹੇ ਨੇ। ਸੋ ਉਹਨੂੰ ਠੱਲ ਪਾਉਣ ਵਾਸਤੇ 2 ਚੀਜ਼ਾਂ ਬੜੀਆਂ ਜ਼ਰੂਰੀ ਨੇ। ਜੀ। ਰੁਜ਼ਗਾਰ ਵਾਸਤੇ ਹੁਣ ਤੱਕ ਸਰਕਾਰਾਂ ਸਿਰਫ ਲੋਕਾਂ ਨੂੰ ਇਹੀ ਕਹਿੰਦੀਆਂ ਆਈਆਂ ਵੀ ਅਸੀਂ ਤੁਹਾਨੂੰ ਨੌਕਰੀ ਦੇਵਾਂਗੇ, ਝੂਠੇ ਲਾਰੇ ਲਾਉਂਦੀਆਂ ਆਈਆਂ, ਅਤੇ ਨਾ ਹੀ ਉਹਨਾਂ ਸਰਕਾਰੀ ਜਿਹੜਾ ਹੈ ਤੰਤਰ ਦੇ ਵਿੱਚ ਤੁਸੀਂ ਸਰਕਾਰੀ ਰੁਜ਼ਗਾਰ ਦੇ ਨਹੀਂ ਸਕਦੇ, ਕਿਉਂਕਿ ਜੇ ਲਿਮਿਟ ਤੋਂ ਲਿਮਿਟ ਵੀ ਕਰੋਗੇ ਤਾਂ 2-3% ਲੋਕਾਂ ਨੂੰ ਤੁਸੀਂ ਜਿਹੜੀ ਹੈ ਗਵਰਨਮੈਂਟ ਦੇ ਵਿੱਚ ਰੁਜ਼ਗਾਰ ਦੇ ਸਕਦੇ। ਜੀ। ਤੇ ਸਰਕਾਰ ਕੋਲ ਜਿੰਨੇ ਸਾਧਨ ਹੁੰਦੇ, ਸੋ ਉਹਦੇ ਵਾਸਤੇ ਮੈਂ ਸਮਝਦਾ ਸਭ ਤੋਂ ਜ਼ਰੂਰੀ ਹੈ ਕਿ ਪ੍ਰਾਈਵੇਟ ਐਂਡ ਐਂਟਰਪ੍ਰੇਨਿਓਰਸ਼ਿਪ ਨੂੰ ਤੁਸੀਂ ਉਤਸ਼ਾਹਿਤ ਕਰੋ। ਜਿਹੜਾ ਗਵਰਨਮੈਂਟ ਦਾ ਪੈਸਾ ਹੈ
ਉਹ ਇੱਕ ਸਰਕਾਰੀ ਮੁਲਾਜ਼ਮ ਭਰਤੀ ਕਰਨ ਦੀ ਬਜਾਏ ਤੁਸੀਂ ਜੇ ਉਹਨਾਂ ਨੂੰ ਇਨਸੈਂਟੀਵਾਈਜ਼ ਕਰੋ ਜੀ ਜੀ ਪ੍ਰਾਈਵੇਟ ਐਂਟਰਪ੍ਰੈਨਿਓਰ ਨੂੰ, ਤਾਂ ਉਹ 10 ਰੁਜ਼ਗਾਰ ਦੇ ਸਾਧਨ ਪੈਦਾ ਕਰ ਸਕਦਾ। ਜੀ ਜੀ ਸੋ ਸਾਨੂੰ ਐਂਟਰਪ੍ਰੈਨਿਓਰਸ਼ਿਪ ਨੂੰ ਜਿਹੜਾ ਹੈ ਉਤਸ਼ਾਹਿਤ ਕਰਨਾ ਚਾਹੀਦਾ, ਪੈਸਾ ਉੱਧਰ ਦੇਣਾ ਚਾਹੀਦਾ ਹੈ, ਫੋਕਸਡ ਪੈਸਾ ਦੇਣਾ ਚਾਹੀਦਾ ਹੈ। ਅੱਜ ਤੱਕ ਅਸੀਂ ਕੀ ਹਾਂ ਜੀ, ਅਸੀਂ ਸਬਸਿਡੀਆਂ ਦੇ ਦਿੰਦੇ ਹਾਂ ਵੀ ਇੰਡਸਟਰੀ ਕੋਈ ਲਾਊਗਾ ਅਸੀਂ ਇੰਨਾ ਪੈਸਾ ਦੇਵਾਂਗੇ। ਜੀ ਜੀ ਅੱਜ ਤੱਕ ਕਿਸੇ ਸਰਕਾਰ ਨੇ ਸਬਸਿਡੀ ਨੂੰ ਰੁਜ਼ਗਾਰ ਨਾਲ ਲਿੰਕ ਨਹੀਂ ਕੀਤਾ। ਜੀ ਜੀ ਸਬਸਿਡੀ ਨੂੰ ਸਿਰਫ ਪੈਸੇ ਨਾਲ ਲਿੰਕ ਕਰਤਾ ਵੀ ਜੀ, ਜੇ ਜੀ। ਤੁਸੀਂ ਇੰਨੀ ਟਰਨਓਵਰ ਕਰੋਗੇ। ਵੱਡੀਆਂ ਇੰਡਸਟਰੀਆਂ ਟਰਨਓਵਰ ਬਹੁਤ ਕਰਦੀਆਂ, ਮੁਨਾਫਾ ਬਹੁਤ ਕਮਾ ਲੈਂਦੀਆਂ ਨੇ, ਪਰ ਰੁਜ਼ਗਾਰ ਬਹੁਤ ਥੋੜਾ ਮਿਲਦਾ ਉਹਨਾਂ 'ਚ। ਜੀ। ਵੱਡੇ ਚਾਹੇ ਤੁਸੀਂ ਬਠਿੰਡਾ ਰਿਫਾਈਨਰੀ ਲਗਾਓ ਜਾਂ ਹੋਰ ਲਾਓ, ਉਹਨਾਂ 'ਚ ਕਹਿਣ ਨੂੰ ਤਾਂ ਲੱਖਾਂ ਕਰੋੜ ਦਾ ਇਨਵੈਸਟਮੈਂਟ ਹੈ, ਪਰ ਉਹਦਾ ਜੇ ਆਪਾਂ ਰੁਜ਼ਗਾਰ ਦੀ ਗੱਲ ਕਰੀਏ ਡਾਇਰੈਕਟ, ਉਹ ਬੜਾ ਸੀਮਿਤ ਹੋਇਆ। ਸੋ ਇਹ ਗੱਲਾਂ ਦੀ ਸਾਨੂੰ ਜ਼ਰੂਰ ਧਿਆਨ ਰੱਖਣਾ ਪਏਗਾ ਵੀ ਇੱਕ ਤਾਂ ਪ੍ਰਾਈਵੇਟ ਐਂਟਰਪ੍ਰੈਨਿਓਰਸ਼ਿਪ ਨੂੰ ਅਸੀਂ ਜਿਵੇਂ ਬਾਹਰਲੇ ਦੇਸ਼ਾਂ 'ਚ ਉਹਨਾਂ ਨੂੰ ਉਤਸ਼ਾਹਿਤ ਕਰੀਏ, ਜਿਹੜੀਆਂ ਸਬਸਿਡੀਜ਼ ਹੈ ਉਹ ਅਸੀਂ ਇੰਪਲੋਇਮੈਂਟ ਲਿੰਕਡ ਕਰੀਏ ਵੀ ਜਿਹੜਾ ਕੋਈ ਇੰਪਲੋਇਮੈਂਟ ਦੇਊਗਾ ਉਹਨੂੰ ਇੰਨੀ ਅਸੀਂ ਉਹਦੇ ਬੇਸ 'ਤੇ ਸਬਸਿਡੀ ਦੇਵਾਂਗੇ। ਤੀਜੀ ਜਿਹੜੀ ਗੱਲ ਹੈ, ਸਾਨੂੰ ਸਭ ਤੋਂ ਵੱਡੀ ਗੱਲ ਵੀ ਜਿਹੜੀ ਹੈ ਟਰਾਂਸਪੇਰੈਂਸੀ ਜਿਹੜੀ ਹੈ ਸਾਡੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਲਿਆਉਣੀ ਪਏਗੀ। ਅਤੇ ਉਹਦੇ ਲਈ ਜ਼ਰੂਰੀ ਹੈ ਵੀ ਜਿਹੜਾ ਉੱਤੇ ਬੈਠਾ ਹੈ, ਜਿਹੜਾ ਮੁੱਖ ਮੰਤਰੀ ਹੈ ਜਾਂ ਜਿਹੜੇ ਮੰਤਰੀ ਨੇ ਸੀਨੀਅਰ ਸਾਰੇ, ਉਹ ਸਾਫ਼ ਹੋਣ। ਜੀ ਜੀ ਉਹਨਾਂ 'ਤੇ ਕੋਈ ਉਂਗਲ ਨਾ ਉੱਠੇ, ਕਿਉਂਕਿ ਜਦ ਤੱਕ ਉਹਨਾਂ ਦਾ ਆਪਦਾ ਦਾਮਨ ਸਾਫ਼ ਨਹੀਂ ਹੋਏਗਾ ਉਹਨਾਂ ਚਿਰ ਉਹ ਥੱਲੇ ਆਪਦੇ ਮੁਲਾਜ਼ਮ ਜਾਂ ਥੱਲੇ ਅਫਸਰਾਂ ਨੂੰ ਨਹੀਂ ਕਹਿ ਸਕਦੇ। ਜੀ ਜੀ ਉਹਨਾਂ ਖਿਲਾਫ ਸਖਤ ਕਾਰਵਾਈ ਨਹੀਂ ਕਰ ਸਕਦੇ। ਜੀ ਜੀ ਸੋ ਇੱਕ ਚੰਗਾ ਪ੍ਰਸ਼ਾਸਨ ਜੇ ਮਿਲੂਗਾ ਤਾਂ ਸਾਰਾ ਸਿਸਟਮ ਠੀਕ ਹੋਏਗਾ। ਕੁਝ ਤੁਸੀਂ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਤੁਸੀਂ ਬਾਹਰ ਕੱਢੋ। ਸੋ ਇਹ ਮੈਂ ਇਹ ਮੰਨਦਾਗਾ ਵੀ ਇਹਦੇ ਨਾਲ ਹੀ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਤਕਰੀਬਨ ਜਿਹੜੀਆਂ ਉਹਦੇ ਨਾਲ ਹੱਲ ਹੋ ਸਕਦੀਆਂ ਨੇ। ਰੈਵਨਿਊ ਹੈ ਕਲੈਕਸ਼ਨ, ਉਹ ਵੀ ਵੱਧ ਜਾਏਗੀ। ਜੀ ਜੀ ਪ੍ਰੋਪਰ ਜੇ ਅਸੀਂ ਸਾਰੇ ਨੂੰ ਸਿਸਟਮ ਵਿੱਚ ਟਰਾਂਸਪੇਰੈਂਸੀ ਲੈ ਕੇ ਆਵਾਂਗੇ। ਸੋ ਇਹ 2-3 ਚੀਜ਼ਾਂ ਜੇ ਕਰੀਏ ਤਾਂ ਇਹਦੇ ਨਾਲ ਜ਼ਰੂਰ ਪੰਜਾਬ ਦੇ ਵਿੱਚ ਬਹੁਤ ਵੱਡਾ ਬਦਲਾਅ ਆ ਸਕਦਾ। ਇਹ ਸਾਰੀਆਂ ਗੱਲਾਂ 2022 ਇਲੈਕਸ਼ਨ ਦੇ ਵਿੱਚ ਤੁਹਾਡੀ ਇਲੈਕਸ਼ਨ ਦਾ ਏਜੰਡਾ ਬਣਨਗੀਆਂ? ਬਿਲਕੁਲ, ਅਸੀਂ ਇੱਕ ਲੋਕਾਂ ਨੂੰ ਰੋਡ ਮੈਪ ਦੇਵਾਂਗੇ ਜਿਹੜੀ ਹਰ ਪਾਰਟੀ ਕਰਦੀ ਹੈ, ਪਰ ਅਸੀਂ ਕੋਈ ਕਦੇ ਇੱਕ ਚੀਜ਼ ਅਸੀਂ ਜ਼ਰੂਰ ਹੈ ਵੀ ਅਸੀਂ ਝੂਠੇ ਲਾਰੇ ਜਿਹੜਾ ਹੁਣ ਤੱਕ 2 ਵਾਅਦੇ ਪੂਰੇ ਕਰਦੀਆਂ ਤੇ 10 ਵਾਅਦੇ ਸਰਕਾਰਾਂ ਛੱਡ ਦਿੰਦੀਆਂ ਨੇ। ਜੀ ਜੀ ਖਾਸ ਤੌਰ 'ਤੇ ਲੋਕਾਂ ਨੂੰ ਬਹੁਤ ਵੱਡੇ ਜਿਹੜੇ ਆਰਥਿਕ ਸਹਾਇਤਾ ਦੇਣ ਦੀ ਗੱਲਾਂ ਵੀ ਸਾਰਾ ਕਰਜ਼ਾ ਮਾਫ ਕਰ ਦਾਂਗੇ, ਹਰ ਘਰ 'ਚ ਨੌਕਰੀ ਦੇ ਦਾਂਗੇ, ਐਸੇ ਵਾਅਦੇ ਨਹੀਂ, ਬਲਕਿ ਲੋਕਾਂ ਨੂੰ ਨੌਕਰੀ ਦੇ ਯੋਗ ਬਣਾਉਣਾ ਅਤੇ ਜਿਹੜੇ ਕੁਝ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਸਮਰਥ ਬਣਾਉਣਾ, ਇਹ ਸਰਕਾਰ ਦੀ ਕੋਈ ਸਰਕਾਰ ਦਾ ਕੰਮ ਫੈਸਿਲੀਟੇਟਰ ਹੈ। ਜੀ ਜੀ ਸਾਨੂੰ ਨਵੇਂ ਯੁੱਗ ਦੇ ਨਾਲ ਤੁਰਨਾ ਪਏਗਾ। ਗਵਰਨਮੈਂਟ ਦਾ ਬਿਜ਼ਨਸ ਕਰਨ ਦਾ ਜਾਂ ਬਿਜ਼ਨਸ ਵਿੱਚ ਹੋਣ ਦਾ ਕੋਈ ਮਤਲਬ ਨਹੀਂ ਹੈ। ਗਵਰਨਮੈਂਟ ਦਾ ਕੰਮ ਹੈ ਵੀ ਹਰ ਬਿਜ਼ਨਸ ਨੂੰ, ਹਰ ਚੀਜ਼ ਨੂੰ ਅਸੀਂ ਫੈਸਿਲੀਟੇਟ ਕਰੀਏ ਤਾਂ ਕਿ ਉਹ ਗਰੋ ਕਰ ਸਕਣ, ਸਟੇਟ ਦੀ ਇਕੋਨਮੀ ਗਰੋ ਕਰੇ, ਉਹਦੇ ਨਾਲ ਸਾਡੀਆਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਹੋਏਗਾ। ਢਿੰਡਸਾ ਸਾਹਿਬ, ਇੱਕ ਜਿੱਦਾਂ ਜਿਹੜੇ ਕੰਟਰੀ ਸਪੋਰਟਸ ਦੇ ਵਿੱਚ ਸੁਪਰ ਪਾਵਰ ਨੇ, ਉਹ ਉਸ ਬਾਕੀ ਫੀਲਡਾਂ ਵਿੱਚ ਵੀ ਸੁਪਰ ਪਾਵਰ ਨੇ, ਜਿੱਦਾਂ ਲਾਈਕ ਟੂ ਅਮਰੀਕਾ ਜਾਂ ਚਾਈਨਾ ਓਲੰਪਿਕ ਦੇ ਵਿੱਚ ਫਸਟ ਜਾਂ ਸੈਕੰਡ ਆਉਂਦੇ ਨੇ, ਔਰ ਵਰਲਡ ਦੇ ਵਿੱਚ ਬਾਕੀ ਜਿਹੜੇ ਉਹਨਾਂ ਦੇ ਖੇਤਰ ਨੇ ਉਹਨਾਂ ਦੇ ਵਿੱਚ ਵੀ ਉਹ ਟੌਪ 'ਤੇ ਨੇ। ਇੱਕ ਵਕਤ ਸੀ ਜਦੋਂ ਪੰਜਾਬ ਦੇ ਆਮ ਜਿਹੜੇ ਸਕੂਲ ਸੀਗੇ, ਸਰਕਾਰੀ ਸਕੂਲ ਸੀਗੇ, ਉਹਨਾਂ ਦੇ ਵਿੱਚੋਂ ਕਿੰਨੇ ਚੰਗੇ ਸਪੋਰਟਸਮੈਨ ਨਿਕਲਦੇ ਸੀ, ਲਾਈਕ ਟੂ ਮਿਲਖਾ ਸਿੰਘ, ਅਜੀਤਪਾਲ, ਸਰਜੀਤ ਸਿੰਘ, ਬਹੁਤ ਪਲੇਅਰ ਇਹਨਾਂ ਸਕੂਲਾਂ ਨੇ ਪੈਦਾ ਕੀਤੇ ਨੇ। ਪਰ ਅੱਜ ਦੇ ਟਾਈਮ 'ਚ ਪਹਿਲੀ ਗੱਲ ਤਾਂ ਸਕੂਲਾਂ ਦੇ ਵਿੱਚ ਸਾਡੇ ਜਿਹੜੇ ਮੀਡੀਅਮ ਫੈਮਿਲੀ ਨੇ ਜਾਂ ਅਮੀਰ ਘਰਾਂ ਦੇ ਬੱਚੇ ਪੜ੍ਹਦੇ ਨਹੀਂ ਹੈਗੇ, ਅਤੇ ਸਪੋਰਟਸ ਕਲਚਰ ਖਤਮ ਹੋ ਗਿਆ। ਅਤੇ ਪਬਲਿਕ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ, ਉੱਥੇ ਕੋਈ ਸਪੋਰਟਸ ਕਲਚਰ ਹੈ ਨਹੀਂ। ਅਤੇ ਕਿਸ ਤਰ੍ਹਾਂ ਫਿਰ ਯੂਥ ਨੂੰ ਅਸੀਂ ਸਪੋਰਟਸ ਦੇ ਨਾਲ ਜੋੜਾਂਗੇ? ਤੁਸੀਂ ਬਿਲਕੁਲ ਇਸ ਗੱਲ ਦੀ ਜਿਹੜੀ ਇਹ ਜੜ ਨੂੰ ਫੜਿਆ ਵੀ ਸਪੋਰਟਸ ਕਲਚਰ ਖਤਮ ਹੋ ਗਿਆ ਪੰਜਾਬ ਦੇ ਵਿੱਚ। ਪੰਜਾਬ 'ਚ ਜਿਹੜਾ ਹੈ ਪਹਿਲਾਂ ਬੱਚੇ ਮੈਦਾਨਾਂ ਵਿੱਚ ਜਾਂਦੇ ਸੀ, ਸ਼ਾਮ ਨੂੰ ਖੇਡਦੇ ਸੀ, ਚੰਗੀ ਉਹਨਾਂ ਦੀ ਸਿਹਤ ਦਾ ਵੱਲ ਧਿਆਨ ਦਿੰਦੇ ਸੀ, ਖੁਰਾਕਾਂ ਵਧੀਆ ਖਾਂਦੇ ਸੀ, ਅਤੇ ਇੱਕ ਬਹੁਤ ਵਧੀਆ ਸਪੋਰਟਸ ਦਾ ਕਲਚਰ ਸੀ। ਇਕੱਲਾ ਪੰਜਾਬ ਤਕਰੀਬਨ 70% ਸਪੋਰਟਸਮੈਨ ਪੈਦਾ ਕਰਦਾ ਸੀ ਜੀ। ਇਹੀ ਜਿਹੜਾ ਹੈ ਹੁਣ ਸਾਨੂੰ ਜਿਹੜਾ ਸਪੋਰਟਸ ਵੀ ਹੈ ਨਾ, ਉਹ ਵੀ ਇੱਕ ਫੋਕਸ ਹੋ ਗਿਆ। ਜਿਹੜਾ ਸਪੋਰਟਸਮੈਨ ਹੈ ਉਹਦਾ ਵੀ ਸਿਰਫ ਨਿਸ਼ਾਨਾ ਇਹੀ ਹੈ ਵੀ ਮੈਂ ਕੋਈ ਨੌਕਰੀ ਲੈ ਲਾਂ, ਮੈਨੂੰ ਸਰਕਾਰ ਵੱਲੋਂ ਆਰਥਿਕ ਮਦਦ ਮਿਲ ਜੇ। ਇਹੀ ਨਿਸ਼ਾਨਾ ਹੋ ਗਿਆ। ਸਪੋਰਟਸਮੈਨਾਂ ਦਾ ਨਿਸ਼ਾਨਾ ਕੋਈ ਸਪੋਰਟਸ ਦੇ ਨਾਲ ਕੋਈ ਪਿਆਰ ਬਹੁਤ ਵੱਡਾ ਨਹੀਂ ਰਹਿ ਗਿਆ। ਜਿਵੇਂ ਪਹਿਲਾਂ ਹੁੰਦਾ ਸੀ। ਮੈਂ ਤੁਹਾਨੂੰ ਦੱਸਦਾ,
ਮੈਂ ਸਾਹਿਬ ਮੈਂ ਗੱਲ ਵਿੱਚ ਟੋਕਦਾ, ਸਰਕਾਰਾਂ ਦੇ ਕੋਲ ਸਪੋਰਟਸਮੈਨਾਂ ਦੀ ਕਦਰ ਵੀ ਨਹੀਂ ਰਹੀ। ਜਿਸ ਤਰ੍ਹਾਂ ਪਹਿਲਾਂ ਸਰਦਾਰ ਮਿਲਖਾ ਸਿੰਘ ਨੂੰ ਡਾਇਰੈਕਟਰ ਸਪੋਰਟਸ ਲਾਇਆ, ਬਲਵੀਰ ਸਿੰਘ ਨੇ ਲਾਇਆ, ਅੱਜ ਤਾਂ ਸਪੋਰਟਸਮੈਨਾਂ ਨੂੰ ਜੋਬ ਨਹੀਂ ਮਿਲਦੀ ਹੈਗੀ। ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਗੱਲ ਨੂੰ ਮੰਨਦਾ ਵੀ ਸਪੋਰਟਸਮੈਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਪੋਰਟਸਮੈਨ ਜਿਹੜਾ ਕੋਈ ਚੰਗੀ ਪਰਫਾਰਮੈਂਸ ਕਰਦਾ ਉਹਨੂੰ ਉਹਦੇ ਬੈਨੀਫਿਟ ਮਿਲਣੇ ਚਾਹੀਦੇ ਨੇ। ਪਹਿਲਾਂ ਪੰਜਾਬ ਦੇ ਵਿੱਚ ਸੀ ਸਪੋਰਟਸਮੈਨਾਂ ਨੂੰ ਚਲੋ ਜੋਬਸ ਤਾਂ ਮਿਲਦੀਆਂ ਸੀ, ਉਹਨਾਂ ਨੂੰ ਪ੍ਰਮੋਸ਼ਨਸ ਦੇ ਵਿੱਚ ਵੀ ਜੇ ਉਹਨਾਂ ਦੀ ਪਰਫਾਰਮੈਂਸ ਚੰਗੀ ਹੁੰਦੀ ਸੀ। ਹੁਣ ਉਹ ਚੀਜ਼ਾਂ ਦਾ ਕੁਝ ਕੋਟਾ ਨੇ ਜਾਂ ਕਿਤੇ ਜਿਹੜਾ ਸਾਡਾ ਸਿਸਟਮ ਹੈ, ਜਿਹੜੇ ਬਿਊਰੋਕ੍ਰੇਸੀ ਹੈ, ਉਹ ਚੀਜ਼ਾਂ ਨੇ ਉਹ ਗੱਲਾਂ ਦੇ ਚੜ੍ਹਚੜਾ ਪਾਤੀਆਂ ਜੀ। ਉਹ ਉਹਨਾਂ ਨੇ ਜਿਵੇਂ ਉਹ ਕਹਿੰਦੇ ਆ ਜੀ ਇੱਕ ਵਾਰ ਜੋਬ ਮਿਲ ਗਈ ਤੁਹਾਨੂੰ, ਪ੍ਰਮੋਸ਼ਨ ਨਹੀਂ ਮਿਲਣੀ ਚਾਹੀਦੀ ਸਪੋਰਟਸਮੈਨ ਨੂੰ, ਆਊਟ ਆਫ ਟਰਨ ਇਹ ਨਹੀਂ ਹੋਣਾ ਚਾਹੀਦਾ। ਉਹ ਮਤਲਬ ਹਮੇਸ਼ਾ ਕੋਈ ਨਾ ਕੋਈ ਅੜਚਣਾਂ ਹੀ ਪਈਆਂ ਨੇ, ਕਿਉਂਕਿ ਜਿਹੜਾ ਸਪੋਰਟਸ ਨੂੰ ਜਦ ਤੱਕ ਕੋਈ ਪਿਆਰ ਕਰਨ ਵਾਲਾ ਉੱਥੇ ਬੈਠਾ ਨਹੀਂ ਉਹਨਾਂ ਚਿਰ ਉਹ ਬੰਦਾ ਉਸ ਗੱਲ ਦੀ ਅਹਿਮੀਅਤ ਨਹੀਂ ਸਮਝਦਾ। ਤੁਸੀਂ ਦੇਖੋ ਭੁੱਲਰ ਸਾਹਿਬ ਸੀ DGP, ਜਿੰਨਾ ਚਿਰ ਉਹ ਰਹੇ ਉਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਸਪੋਰਟਸਮੈਨਾਂ ਨੂੰ ਬਹੁਤ ਪ੍ਰੈਫਰੈਂਸ ਦਿੱਤੀ। ਉਹ ਤੋਂ ਬਾਅਦ ਕੋਈ ਸਪੋਰਟਸ ਲਵਿੰਗ ਕੋਈ ਅਫਸਰ ਨਹੀਂ ਆਇਆ, ਉਹਦੇ ਕਰਕੇ ਈਵਨ ਪੰਜਾਬ ਪੁਲਿਸ ਦੇ ਵਿੱਚ ਸਪੋਰਟਸ ਪਿੱਛੇ ਰਹਿ ਗਈ। ਸੋ ਜਿਹੜੇ ਅਦਾਰੇ 'ਚ ਕਿਤੇ ਬੈਠਾ ਹੈ ਜਿੱਥੇ ਕੋਈ ਸਪੋਰਟਸ ਨਾਲ ਪਿਆਰ ਕਰਨ ਵਾਲਾ, ਉੱਥੇ ਜ਼ਰੂਰ ਸਪੋਰਟਸ ਨੂੰ ਵਧਾਵਾ ਮਿਲਦਾ ਹੈਗਾ। ਪਰ ਮੈਂ ਇਹ ਸਮਝਦਾਗਾ ਵੀ ਸਾਨੂੰ ਡਿਵੈਲਪ ਕਰਨਾ ਪਏਗਾ ਕਲਚਰ ਜਿਹੜਾ ਹੈ ਸਪੋਰਟਸ ਦਾ। ਇੱਕ ਬੱਚਿਆਂ ਦੇ ਵਿੱਚ ਬਚਪਨ ਤੋਂ ਇੱਕ ਪਿਆਰ ਪੈਦਾ ਕਰਨਾ ਪਏਗਾ ਵੀ ਅਸੀਂ ਹੁਣ ਸਾਡਾ ਕੀ ਫੋਕਸ ਹੈ। ਬੱਚੇ ਮਾਂ ਪਿਓ ਜੇ ਬੱਚਾ ਕੋਈ ਸਪੋਰਟਸ ਨੂੰ ਚਾਹੁੰਦਾ ਵੀ ਹੈ ਨਾ, ਮਾਂ ਪਿਓ ਕਹਿੰਦੇ ਨੇ ਯਾਰ ਸਪੋਰਟਸ ਕੀ ਕਰਨੀ ਹੈ, ਤੂੰ ਕਿਤੇ ਪੜ੍ਹ ਕੇ ਤੂੰ ਕੋਈ ਅਫਸਰ ਬਣ ਜਾ। ਉਧਰੋਂ ਥੋੜ੍ਹਾ ਜਿਹਾ ਆਪਾਂ ਡਿਵਰਟ ਕਰਦੇ ਹਾਂ। ਇਹ ਵੀ ਕਈ ਫੈਕਟਰ ਜਿਹੜੇ ਹੋ ਗਏ ਨੇ ਜਿਹਦੇ ਕਰਕੇ ਮੈਂ ਸਮਝਦਾ ਉਹ ਫੋਕਸ ਨਹੀਂ ਰਿਹਾ। ਤੁਸੀਂ ਸਰਦਾਰ ਮਹਿਲ ਸਿੰਘ ਭੁੱਲਰ ਤੇ ਹੋਰਾਂ ਦੀ ਗੱਲ ਕੀਤੀ ਆ, ਇਸ ਤੋਂ ਇਲਾਵਾ ਸਰਦਾਰ ਰਾਜਦੀਪ ਸਿੰਘ DGP ਰਹੇ ਨੇ, ਉਹਨਾਂ ਨੇ ਬਹੁਤ ਸਪੋਰਟਸ ਲਈ ਕੀਤਾ। ਪਰ ਤੁਸੀਂ ਵੀ 10 ਸਾਲ ਅਕਾਲੀ ਭਾਜਪਾ ਸਰਕਾਰ ਦਾ ਹਿੱਸਾ ਰਹੇ ਹੋ, ਔਰ ਉਸ ਟਾਈਮ ਕਬੱਡੀ ਦੇ ਵਰਲਡ ਕੱਪ ਹੋਏ, ਈਵਨ ਇੱਥੋਂ ਤੱਕ ਰੈਕੋਗਨਾਈਜ਼ ਜੋ ਗੇਮ ਜਿਨ੍ਹਾਂ ਦੀ ਓਲੰਪਿਕ ਦੇ ਵਿੱਚ ਅਹਿਮੀਅਤ ਆ, ਜਾਂ ਜਿਹਦੇ ਵਿੱਚ ਪੰਜਾਬੀ ਮੈਡਲ ਜਿੱਤਦੇ ਸੀ, ਜਾਂ ਜਿਹਦੇ ਵਿੱਚ ਹਰਿਆਣਾ ਸਭ ਤੋਂ ਬਹੁਤ ਅੱਗੇ ਨਿਕਲ ਗਿਆ, ਤੇ ਤੁਸੀਂ ਫਾਈਨਾਂਸ ਮਿਨਿਸਟਰ ਹੁੰਦੇ ਆ ਉਸ ਟਾਈਮ ਕੀ ਇਹਦੇ ਵਿੱਚ ਰੋਲ ਨਿਭਾਇਆ? ਦੇਖੋ ਦੋ ਚੀਜ਼ਾਂ, ਹਾਲਾਂਕਿ ਜੋ ਸਪੋਰਟਸ ਡਿਪਾਰਟਮੈਂਟ ਹੁੰਦਾ ਜਾਂ ਫਾਈਨੈਂਸ ਦਾ ਕੰਮ ਹੁੰਦਾ ਹੈ ਉਹ ਹੈ ਫੰਡਸ ਐਲੋਕੇਟ ਕਰਨਾ। ਬਿਲਕੁਲ ਵੀ ਕੋਈ ਡਿਪਾਰਟਮੈਂਟ ਹੈ ਉਹਨਾਂ ਨੂੰ ਅਸੀਂ ਫੰਡਸ ਦਿੰਦੇ ਹਾਂ ਤੇ ਉਹ ਅੱਗੇ ਖਰਚਦੇ ਨੇ, ਅੱਗੇ ਉਹਨਾਂ ਦੀ ਪ੍ਰੈਰੋਗੇਟਿਵ ਹੈ ਵੀ ਕੀ ਸਕੀਮ ਬਣਾਉਣੀ ਹੈ, ਕਿਸ ਤਰੀਕੇ ਨਾਲ ਖਰਚਣਾ ਹੈ। ਪਹਿਲੀ ਗੱਲ ਤਾਂ ਅਸੀਂ ਕੀਤੀ। ਪਰ ਮੈਂ ਗੱਲ ਟੋਕਦਾ ਜੀ, ਜਿੱਦਾਂ ਕਬੱਡੀ ਦੇ ਵਰਲਡ ਕੱਪ ਹੋਏ, ਫਿਲਮੀ ਸਿਤਾਰਿਆਂ ਤੇ ਕਰੋੜਾਂ ਰੁਪਏ ਖਰਚ ਤੇ, ਹਾਲਾਂਕਿ ਜੇ ਉਹੀ ਗਰੀਬ ਬੱਚਿਆਂ ਤੇ ਜਾਂ ਸਪੋਰਟਸਮੈਨਾਂ ਤੇ ਖਰਚੇ ਜਾਂਦੇ ਅੱਜ ਪੰਜਾਬ ਦੇ ਨਤੀਜੇ ਬਿਹਤਰ ਨਹੀਂ। ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਸੀਗਾ। ਪਹਿਲੀ ਗੱਲ ਤਾਂ ਅਸੀਂ ਜਿਹੜਾ ਫੰਡਿੰਗ ਸੀ ਸਪੋਰਟਸ ਡਿਪਾਰਟਮੈਂਟ ਦੀ, ਤੁਸੀਂ ਦੇਖੋਗੇ ਜਦ ਮੈਂ ਫਾਈਨੈਂਸ ਮਿਨਿਸਟਰ ਅਸੀਂ ਤਕਰੀਬਨ ਤਿਗਣੀ ਚੌਗਣੀ ਕਰਤੀ ਸੀ ਜੀ ਡਿਪਾਰਟਮੈਂਟ ਨੂੰ। ਹੁਣ ਡਿਪਾਰਟਮੈਂਟ ਨੇ ਕਿਸ ਤਰੀਕੇ ਨਾਲ ਕਰਨਾ, ਇੱਕ ਤਾਂ ਇਨਫਰਾਸਟ੍ਰਕਚਰ ਤੇ ਖਰਚਤਾ, ਹਾਂਜੀ, ਇੱਕ ਖਰਚਾ ਤੁਸੀਂ ਹਿਊਮਨ ਡਿਵੈਲਪਮੈਂਟ ਹੈ ਜਿਹੜੀ ਸਪੋਰਟਸ ਦੀ, ਤੁਸੀਂ ਬੱਚਿਆਂ ਤੇ ਉਹਨਾਂ ਦੇ ਹੁਨਰ ਤੇ ਖਰਚਣਾ। ਸਾਡੀ ਮੈਂ ਸਮਝਦਾ ਉਦੋਂ ਅਸੀਂ ਉਹਨੂੰ ਪ੍ਰੋਪਰਲੀ ਵਿਜ਼ੂਅਲਾਈਜ਼ ਨਹੀਂ ਕਰ ਸਕੇ। ਅਸੀਂ ਇਨਫਰਾਸਟ੍ਰਕਚਰ ਤਿਆਰ ਕਰਨ ਤੇ ਦੇਤਾ। ਅਸੀਂ ਇਨਹੈਰੈਂਟ ਜਿਹੜੀ ਸਭ ਤੋਂ ਵੱਡੀ ਲੋੜ ਹੈ ਕਿ ਜਿਹੜੀ ਇੰਡੀਵਿਜੂਅਲ ਟੈਲੈਂਟ ਨੂੰ ਪ੍ਰਮੋਟ ਕਰਨ ਵੱਲ ਉਹਨਾਂ ਧਿਆਨ ਨਹੀਂ ਦਿੱਤਾ ਬੱਚਿਆਂ ਦੇ ਵੱਲ। ਅਸੀਂ ਇਨਫਰਾਸਟ੍ਰਕਚਰ ਤਿਆਰ ਕਰਦਾ, ਜੇ ਬੱਚੇ ਹੀ ਨਹੀਂ ਆਉਣਗੇ ਜਾਂ ਬੱਚਾ ਟੈਲੈਂਟ ਹੀ ਨਹੀਂ ਆਊਗਾ ਤਾਂ ਫਿਰ ਉਹ ਇਨਫਰਾਸਟ੍ਰਕਚਰ ਅੱਜ ਤੁਸੀਂ ਦੇਖੋ ਬਹੁਤ ਸਟੇਡੀਅਮ ਮੁਹਾਲੀ ਦੇ ਵਿੱਚ ਖਾਲੀ ਪਏ ਨੇ, ਕੋਈ ਨਹੀਂ ਉੱਥੇ ਜਾਂਦਾ। ਪੈਸਾ ਅਸੀਂ ਦਿੱਤਾ। ਅਸੀਂ ਜਿਹੜਾ ਅਸੀਂ ਜਿਵੇਂ ਬੱਚਿਆਂ ਦੀ ਡੇਲੀ ਡਾਈਟ ਸੀਗੀ ਅਸੀਂ ਉਹ ਤਕਰੀਬਨ ਦੁੱਗਣੀ ਕਰਤੀ ਜਿਹੜੇ ਬੱਚੇ, ਤਾਂ ਕਿ ਬੱਚਿਆਂ ਨੂੰ ਖੁਰਾਕ ਵਧੀਆ ਮਿਲੇ। ਸਪੋਰਟਸ ਜਿਹੜੇ ਵਿੰਗ ਸੀ ਉਹਨਾਂ ਨੂੰ ਫੰਡਿੰਗ ਅਸੀਂ ਪੂਰੀ ਕੀਤੀ ਤਾਂ ਕਿ ਬੱਚਿਆਂ ਨੂੰ ਛੋਟੇ ਲੈਵਲ ਤੋਂ ਸਕੂਲਾਂ ਦੇ ਵਿੱਚੋਂ ਚੱਕੇ ਜਾਣ। ਅੱਜ ਉਹਨਾਂ ਨੇ ਸਪੋਰਟਸ ਵਿੰਗ ਹੀ ਖਤਮ ਕਰਤੇ। ਦੇਖੋ ਜਿਹੜੇ ਇੱਕ ਸਿਸਟਮ ਹੁੰਦਾ ਜਿਹਨਾਂ ਬੱਚੇ ਨਿਕਲ ਕੇ ਆਉਂਦੇ ਨੇ, ਖਾਸ ਤੌਰ ਤੇ ਗਰੀਬ ਬੱਚੇ ਨੇ ਜਿਹੜੇ, ਜਦ ਤੱਕ ਉਹ ਸਪੋਰਟਸ ਵਿੰਗਾਂ ਜਾਂਦੇ ਸੀ ਉਹਨਾਂ ਦਾ ਖਰਚਾ ਚੱਕਦੀ ਸੀ ਸਰਕਾਰ, ਤਾਂ ਉਹ ਕਿਤੇ ਕੁਛ ਅੱਗੇ ਵੱਧਦੇ ਸੀ। ਹੁਣ ਸਰਕਾਰ ਨੇ ਸਪੋਰਟਸ ਵਿੰਗ ਹੀ ਖਤਮ ਕਰਤੇ। ਸੋ ਮੈਂ ਸਮਝਦਾ ਸਾਡਾ ਫੋਕਸ ਹੀ ਨਹੀਂ ਹੈ। ਅਸੀਂ ਇੱਕ ਚੀਜ਼ ਮਗਰ ਮੈਂ ਜਿਹੜਾ ਸਭ ਤੋਂ ਜਵਾਬ ਮੰਗਦਾ ਉਹ ਇਹ ਆ ਵੀ ਹੁਣ ਚਲੋ ਇਹ ਸਰਕਾਰ ਨੇ ਸਪੋਰਟਸ ਵਿੰਗ ਖਤਮ ਕਰਤੇ, ਇਹਨਾਂ ਕੋਲ ਬਹਾਨਾ ਹੈਗਾ ਕਰੋਨਾ ਦਾ ਹੈਗਾ ਵਾ, ਪਰ ਜਿਹੜਾ ਤੁਹਾਡੇ ਟਾਈਮ ਰੈਕੋਗਨਾਈਜ਼ ਗੇਮ ਜਿਨ੍ਹਾਂ 'ਚ ਓਲੰਪਿਕ 'ਚ ਮੈਡਲ ਆਉਂਦੇ ਉਹਨਾਂ ਨੂੰ ਬਿਲਕੁਲ ਇਗਨੋਰ ਕੀਤਾ ਗਿਆ। ਉਹਦੇ ਲਈ ਕੌਣ? ਮੈਂ ਤੁਹਾਨੂੰ ਤੁਹਾਡੀ ਗੱਲ ਨੂੰ ਮੰਨਦਾ। ਦੇਖੋ ਮੈਂ ਤਾਂ ਫਾਈਨੈਂਸ ਜੀ ਜੋ ਮਹਿਕਮਾ ਸੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਸੀ ਜੀ। ਉਹਨਾਂ ਨੇ ਧਿਆਨ ਜ਼ਿਆਦਾ ਜ਼ੋਰ ਇਨਫਰਾਸਟ੍ਰਕਚਰ ਤੇ ਹੀ ਦੇਤਾ ਵੀ ਸਟੇਡੀਅਮ ਹੋਰ ਬਣਾ ਲਓ, ਸਾਰੀ ਜਗ੍ਹਾ ਤੇ ਸਟੇਡੀਅਮ ਬਣਾ ਦਿਓ। ਕਿਤੇ ਥਾਂ ਤੇ ਤਾਂ ਸਟੇਡੀਅਮ ਦੀ ਲੋੜ ਸੀ, ਜਿਵੇਂ ਡਿਸਟ੍ਰਿਕਟ ਹੈਡਕੁਆਟਰ। ਹੁਣ ਕਈ ਅੱਜ ਮੈਂ ਦੇਖਦਾ ਮੁਹਾਲੀ ਦੇ ਵਿੱਚ
ਅਰਬਾਂ ਖਰਬਾਂ ਰੁਪਇਆ ਖਰਚਿਆ ਪਿਆ ਹਾਕੀ ਸਟੇਡੀਅਮ 'ਚ ਕਾਂ ਬੋਲਦੇ ਨੇ। ਉਹ ਸਾਡੀਆਂ ਪ੍ਰਾਇੋਰਟੀਜ਼ ਗਲਤ ਹੋਈਆਂ, ਪਰ ਉਹ ਮਹਿਕਮੇ ਵੱਲੋਂ ਹੋਈਆਂ। ਜੇ ਤੁਸੀਂ ਕਹੋ ਵੀ ਮੈਂ ਉਹਦੇ ਵਿੱਚ ਕੋਈ ਦੋਸ਼ੀ ਹਾਂ, ਅਸੀਂ ਤਾਂ ਰਾਦਰ ਮੈਂ ਸਮਝਦਾ ਉਹਨੂੰ, ਮੈਂ ਖੁਦ ਮੰਨਦਾ ਵੀ ਸਾਨੂੰ ਇਨਫਰਾਸਟ੍ਰਕਚਰ ਜ਼ਰੂਰੀ ਤਾਂ ਹੈ, ਪਰ ਇਨਫਰਾਸਟ੍ਰਕਚਰ ਨਾਲੋਂ ਜ਼ਿਆਦਾ ਪਰਸਨਲ ਟੈਲੈਂਟ ਜਿਹੜਾ ਡਿਵੈਲਪ ਕਰਨਾ ਹੈ, ਅਸੀਂ ਇੰਡੀਵਿਜੂਅਲ ਤੇ ਕੋਚਿੰਗ ਤੇ ਇਹ ਚੀਜ਼ਾਂ ਤੇ ਸਾਨੂੰ ਵੱਧ ਖਰਚਾ ਕਰਨਾ ਚਾਹੀਦਾ ਸੀ। ਪੈਸੇ ਅਸੀਂ ਦਿੱਤੇ, ਸਟੇਡੀਅਮ ਬਣੇ ਤਾਂ ਫਿਰ ਕਿਤੇ ਕੰਮ ਆ ਜਾਣਗੇ, ਕਿਤੇ ਨਾ ਕਿਤੇ ਉਹਦਾ ਰਿਜ਼ਲਟ ਆ ਜਾਏਗਾ। ਪਰ ਜਿਹੜਾ ਪੈਸਾ ਫਿਲਮੀ ਐਕਟਰਾਂ ਤੇ ਮੰਨਦੇ ਹੋ, ਮੈਨੂੰ ਤਾਂ ਲੱਗਦਾ ਨਹੀਂ ਕੋਈ ਕਬੱਡੀ ਉਹ ਤਾਂ ਦੇਖੋ ਬਰਬਾਦੀ ਸੀ, ਮੈਂ ਉਹ ਮੰਨਦਾ। ਉਹ ਕਿਤੇ ਨਾ ਕਿਤੇ ਪੈਸਾ ਖਰਾਬ ਹੋਇਆ, ਉਹਨੂੰ ਪੈਸੇ ਨੂੰ ਵੱਧ ਯੂਟਿਲਾਈਜ਼ ਹੋ ਸਕਦਾ ਸੀਗਾ। ਦੇਖੋ ਕਮੀਆਂ ਰਹੀਆਂ ਤਾਂ ਹੀ ਸਾਨੂੰ ਆਹ ਜਿਹੜਾ ਹੈ ਸਾਰਾ ਕੁਝ ਅਸੀਂ ਕਰਕੇ ਵੀ ਵਾਹਵਾਹੀ ਨਾ ਖੱਟ ਸਕੇ, ਕਿਉਂਕਿ ਲੋਕ ਦੇਖਦੇ ਆ, ਕਿਉਂਕਿ ਪੈਸਾ ਤਾਂ ਲੋਕਾਂ ਦਾ ਹੀ ਹੈ। ਲੋਕ ਜਿਵੇਂ ਤੁਸੀਂ ਗੱਲ ਕੀਤੀ ਹੈ, ਲੋਕ ਮਹਿਸੂਸ ਕਰਦੇ ਆ ਵੀ ਯਾਰ ਇਹ ਪੈਸਾ ਖਰਾਬ ਹੋ ਗਿਆ, ਇਹਦੇ ਨਾਲੋਂ ਇਹੀ ਅਸੀਂ 1000 ਬੱਚੇ ਹੋਰ ਨੂੰ ਜਿਹੜਾ ਟੈਲੈਂਟ ਨੂੰ ਗਰੂਮ ਕਰ ਸਕਦੇ ਸੀ। ਇਹ ਮੈਂ ਗੱਲ ਮੰਨਦਾ, ਤੁਹਾਡੀ ਗੱਲ ਬਹੁਤ ਵੱਡੀ ਗਲਤੀ ਇਹ ਵੀ ਆ ਵੀ ਕਬੱਡੀ ਵੀ ਪ੍ਰਮੋਟ ਨਹੀਂ ਹੋਈ। ਕਬੱਡੀ ਵਰਲਡ ਕੱਪ ਕਰਾਉਣ ਨਾਲ ਉਹ 'ਚ ਡਰੱਗ ਵੱਧ ਗਈ ਆ, ਠੀਕ ਹੈ। ਵੱਧ ਤੋਂ ਵੱਧ ਈਵਨ ਇੱਥੋਂ ਤੱਕ ਜਿਹੜੀ ਪਿਛਲੀ ਸਰਕਾਰ ਸੀ ਉਹ ਕੋਈ ਸਟੇਟ ਅਵਾਰਡ ਵੀ ਨਹੀਂ ਦੇ ਸਕੀ ਕਿਸੇ ਪਲੇਅਰ ਨੂੰ। ਹੁਣ ਪਲੇਅਰ ਜਿਹਨੂੰ ਸਟੇਟ ਅਵਾਰਡ ਮਿਲਦੇ ਨੇ ਉਹ ਰੈਕੋਗਨਾਈਜ਼ ਗੇਮ 'ਚ ਨੂੰ ਮਿਲਦੇ ਨੇ। ਕਬੱਡੀ ਦਾ ਤਾਂ ਕੋਈ ਜ਼ਿਆਦਾ ਹੁੰਦਾ ਵੀ ਕਬੱਡੀ ਵੀ ਪ੍ਰਮੋਟ ਹੋ ਗਈ, ਨਾ ਕਬੱਡੀ ਪ੍ਰਮੋਟ ਹੋਈ, ਪੰਜਾਬ ਦਾ ਪੈਸਾ ਵੀ ਬਹੁਤ ਜ਼ਿਆਦਾ ਬਰਬਾਦ ਹੋ ਗਿਆ। ਕੋਈ ਅੱਗੇ ਕੋਈ ਇਹੋ ਜਿਹੀ ਪਲੈਨਿੰਗ ਲਿਆਓਗੇ ਵੀ ਜਿਹਦੇ ਨਾਲ ਵਾਕਿਆ ਹੀ ਪੰਜਾਬ ਦਾ ਯੂਥ, ਪੰਜਾਬ ਦੀ ਸਪੋਰਟਸ ਰੱਖੇ? ਮੈਂ ਤੁਹਾਨੂੰ ਆਪਦੀ, ਮੇਰੀ ਤਾਂ ਦੇਖੋ ਵਿਜ਼ਨ ਮੈਂ ਤੁਹਾਨੂੰ ਦੱਸੀ ਹੈ। ਸਾਨੂੰ ਇਨਫਰਾਸਟ੍ਰਕਚਰ ਜ਼ਰੂਰੀ ਹੁੰਦਾ, ਪਰ ਇਨਫਰਾਸਟ੍ਰਕਚਰ ਦਾ ਉਹਨਾਂ ਚਿਰ ਫਾਇਦਾ ਨਹੀਂ ਜਿੰਨਾ ਸਾਡੇ ਕੋਲ ਟੈਲੈਂਟ ਹੀ ਨਹੀਂ ਹੈ। ਅਸੀਂ ਇਨਫਰਾਸਟ੍ਰਕਚਰ ਦਾ ਕੀ ਕਰਾਂਗੇ? ਜੇ ਅਸੀਂ ਟੈਲੈਂਟ ਬਿਲਡ ਕਰਦੇ ਹਾਂ ਫਿਰ ਇਨਫਰਾਸਟ੍ਰਕਚਰ ਬਣਾਈਏ ਤਾਂ ਫਿਰ ਉਹਦਾ ਫਾਇਦਾ ਹੈ। ਜੀ ਜੀ। ਅਸੀਂ ਟੈਲੈਂਟ ਵਿੱਚ, ਕੋਚਿੰਗ ਦੇ ਵਿੱਚ, ਕੋਚ ਵਿਚਾਰੇ ਅੱਜ ਵੀ ਜਿਹੜੇ ਨੇ ਉਹ ਠੇਕੇ ਤੇ ਨੇ, ਕੰਟਰੈਕਟ ਤੇ ਨੇ। ਉਹਨਾਂ ਨੂੰ 10-10 ਹਜ਼ਾਰ ਰੁਪਏ, ਜਿਹਨੂੰ 10,000 ਮਿਲਦਾ ਹੈ ਕੋਚ ਨੂੰ, ਉਹ ਵਿਚਾਰਾ ਕੀ ਟ੍ਰੇਨਿੰਗ ਦੇਊਗਾ ਬੱਚਿਆਂ ਨੂੰ? ਮੈਂ ਸ਼ੁਰੂ ਤੋਂ ਹੀ, ਹਾਲਾਂਕਿ ਮੈਂ ਉਦੋਂ ਲਿੰਕ ਕਰਤਾ ਸੀ, ਪਹਿਲਾਂ ਤਾਂ ਆਊਟਸੋਰਸਿੰਗ ਤੇ ਹੋਣ ਕਰਕੇ ਉਹਨੂੰ ਜਮੀ ਕੁਛ ਨਹੀਂ ਸੀ ਮਿਲਦਾ। ਜੀ ਜੀ। ਫਿਰ ਅਸੀਂ ਚੇਂਜ ਕਰਕੇ ਉਹਨੂੰ ਕੰਟਰੈਕਟ ਤੇ ਕੀਤਾ। ਅਸੀਂ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਆਖਰ ਡਿਪਾਰਟਮੈਂਟ ਦੀ ਉਹਨਾਂ ਨੇ ਆਪਦੀ ਪ੍ਰਾਇੋਰਟੀ ਸੈੱਟ ਕਰਨੀਆਂ ਨੇ। ਮੈਂ ਸਮਝਦਾ ਵੀ ਸਾਨੂੰ, ਮੇਰੀ ਇਹ ਪੂਰਾ ਮੰਨਣਾ ਹੈ ਕਿ ਸਾਨੂੰ ਬੱਚਿਆਂ ਨੂੰ ਉਹਨਾਂ ਦੀ ਯੰਗ ਏਜ ਤੋਂ ਉਹਨਾਂ ਦੀ ਟੈਲੈਂਟ ਆਈਡੈਂਟੀਫਿਕੇਸ਼ਨ ਕਰਕੇ ਜੀ ਜੀ ਉਹਨਾਂ ਨੂੰ ਪ੍ਰੋਪਰ ਜਿਹੜੀ ਹੈ ਸਪੋਰਟ ਮਿਲੇ। ਇਕੱਲਾ ਉਹਨਾਂ ਨੂੰ ਇਹ ਨਹੀਂ ਵੀ ਸਟੇਡੀਅਮ ਬਣਾ ਕੇ ਦੇ ਦਈਏ, ਉਹਨਾਂ ਦੀ ਅਸੀਂ ਟ੍ਰੇਨਿੰਗ ਲਈ ਚੰਗੀ ਕੋਚਿੰਗ ਫੈਸਿਲਿਟੀਜ਼ ਵੀ ਦਈਏ, ਬੈਸਟ ਕੋਚਿਸ ਹੋਣ, ਉਹਨਾਂ ਵਾਸਤੇ ਚੰਗੀ ਖੁਰਾਕ ਵੀ ਹੋਵੇ, ਤੇ ਹੋਰ ਜਿਹੜੀਆਂ ਮਾਡਰਨ ਟੈਕਨੋਲੋਜੀਜ਼ ਨੇ, ਟੈਕਨੀਕਸ ਨੇ, ਸਾਰੀਆਂ ਉਹਨਾਂ ਨੂੰ ਪ੍ਰਦਾਨ ਹੋਣ, ਤਾਂ ਜਾ ਕੇ ਕਿਤੇ ਉਹ ਜਾ ਕੇ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਕੰਪੀਟ ਕਰ ਸਕਣਗੇ। ਸੋ ਅਸੀਂ ਇੱਕ ਪ੍ਰੋਪਰ ਕੰਪਰੀਹੈਂਸਿਵ ਪਾਲਿਸੀ, ਜੀ ਜੀ, ਜਿਹੜੀ ਟੈਲੈਂਟ ਸਰਚ ਤੋਂ ਲੈ ਕੇ ਐਂਡ ਤੱਕ ਉਹਨੂੰ ਅਸੀਂ ਦੇਵਾਂਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਹਾਂ। ਜੀ ਜੀ, ਉਹ ਕੁਐਸਚਨ ਤੁਹਾਨੂੰ ਤੇ ਅਸੀਂ ਜੋ ਸਾਈਕਲਿੰਗ ਦੇ ਵਿੱਚ ਅਸੀਂ ਪਾਲਿਸੀ ਅਡਾਪਟ ਕੀਤੀ ਹੈ, ਤੁਸੀਂ ਗਵਰਨਮੈਂਟ ਆਫ ਇੰਡੀਆ ਤੋਂ ਪਤਾ ਕਰੋ, ਉਹ ਸਾਰੀਆਂ ਸਪੋਰਟਸ ਬਾਡੀਜ਼ ਨੂੰ ਕਹਿੰਦੇ ਵੀ ਤੁਸੀਂ ਸਾਈਕਲਿੰਗ ਦਾ ਜਿਹੜਾ ਹੈ ਉਹਨਾਂ ਦਾ ਜੋ ਟੈਲੈਂਟ ਸਰਚ ਕੰਪੀਟੀਸ਼ਨ, ਅਸੀਂ ਕੀ ਕਰਦੇ ਹਾਂ, ਸਾਰੇ ਦੇਸ਼ ਦੇ ਵਿੱਚ ਅਸੀਂ ਪੈਰਾਮੀਟਰ ਬਣਾਏ ਨੇ ਵੀ ਜੰਪ ਕਰੋ, ਦੌੜ ਕੇ ਉਹਦੀਆਂ ਬੱਚਿਆਂ ਨੂੰ ਅਸੀਂ ਛੋਟੇ ਛੋਟੇ ਅੰਡਮਾਨ ਨਿਕੋਬਾਰ ਤੱਕ ਵੀ ਹਰ ਸੂਬੇ ਤੱਕ ਜਾ ਕੇ, ਸਕੂਲ ਤੱਕ ਜਾ ਕੇ ਟੈਲੈਂਟ ਸਰਚ ਕਰਦੇ ਹਾਂ। ਉਹ ਬੱਚੇ ਨੇ ਜਿਹੜੇ ਸਾਨੂੰ ਲੱਗਦਾ ਹੈ ਵੀ ਬਹੁਤ ਪੋਟੈਂਸ਼ੀਅਲ ਹੈ ਉਹਨਾਂ 'ਚ, ਉਹਨਾਂ ਨੂੰ ਅਸੀਂ ਲਿਆ ਕੇ ਅਸੀਂ ਅਕੈਡਮੀ ਬਣਾਈ ਹੈ। ਸਾਡੀ ਜਿਹੜੀ ਵਰਲਡ ਦੀ ਬੋਡੀ ਹੈ UCI, ਉਹਨਾਂ ਨੇ ਏਸ਼ੀਆ ਦੇ ਵਿੱਚ ਪਹਿਲਾ ਸੈਂਟਰ ਬਣਾਇਆ ਹੈ ਦਿੱਲੀ ਜੀ। ਅਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਗੱਲ ਕਰਕੇ, ਮੈਂ ਵੀ ਤੁਸੀਂ ਸਾਡੇ ਇੰਡੀਆ ਸੈਂਟਰ ਖੋਲ੍ਹੋ, ਸੈਂਟਰ ਖੋਲ੍ਹਿਆ। ਉੱਥੇ ਅਕੈਡਮੀ ਦੇ ਵਿੱਚ ਟ੍ਰੇਨਿੰਗ ਚੱਲਦੀ ਹੈ ਬੱਚਿਆਂ ਨੂੰ, ਸਾਰਾ ਖਰਚਾ ਫ੍ਰੀ ਹੈ ਉਹਨਾਂ ਦਾ। ਅੱਜ ਤੁਸੀਂ ਹੋਵੋਗੇ ਸਾਡਾ ਜੂਨੀਅਰਸ ਦੇ ਵਿੱਚ, ਜੂਨੀਅਰ ਸਾਈਕਲਿੰਗ ਦੇ ਵਿੱਚ ਸਾਡਾ ਮੁੰਡਾ ਹੈਗਾ, ਅੰਡਮਾਨ ਨਿਕੋਬਾਰ ਆਈਲੈਂਡਸ ਤੋਂ ਲਿਆਂਦਾ ਅਸੀਂ, ਉਹ ਜੂਨੀਅਰਸ ਵਰਲਡ ਨੰਬਰ 1 ਹੈ। ਪੰਜਾਬ ਕਿੰਨਾ ਬਿਹਤਰ ਹੋਇਆ ਸਾਈਕਲਿੰਗ ਦੇ ਵਿੱਚ ਤੁਹਾਡੇ ਜਦ ਤੋਂ ਤੁਸੀਂ ਜ਼ਿੰਮੇਵਾਰੀ ਸੰਭਾਲੀ ਹੈ ਪੰਜਾਬ ਦੀ? ਦੇਖੋ ਪੰਜਾਬ ਦੀ ਤੁਸੀਂ ਗੱਲ ਕਰ ਰਹੇ ਹੋ, ਬੜੀ ਵਧੀਆ ਗੱਲ ਆ, ਵਧਾਈ ਦੇ ਪਾਤਰ ਹੋ। ਪੰਜਾਬ ਕਿੰਨਾ ਕੁ ਸਾਈਕਲਿੰਗ ਦੇ ਵਿੱਚ ਬਿਹਤਰ? ਦੇਖੋ ਪੰਜਾਬ ਦੇ ਵਿੱਚ ਵੀ ਬੱਚੇ ਹੈਗੇ ਨੇ, 2-3 ਚੰਗੇ ਨੇ ਜੀ, ਪਰ ਸਾਡੀ ਐਜ਼ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਜਦ ਮੈਂ ਗੱਲ ਕਰਦਾ, ਮੈਂ ਕਿਉਂਕਿ ਨੇਸ਼ਨ ਦਾ ਪ੍ਰਧਾਨ ਹਾਂ, ਸਾਰੇ ਦੇਸ਼ ਦਾ ਪ੍ਰਧਾਨ ਹਾਂ, ਸੋ ਫਿਰ ਸਾਨੂੰ ਤਾਂ ਸਾਰੇ ਦੇਸ਼ ਬਾਰੇ ਕਰਨਾ ਪੈਂਦਾ। ਪੰਜਾਬ ਦੇ ਚੰਗੇ ਸਾਈਕਲਿਸਟ ਨੇ, ਹੋਰ ਸੂਬਿਆਂ 'ਚ ਵੀ ਚੰਗੇ ਆਏ ਨੇ, ਪਰ ਗੱਲ ਹੈ ਵੀ ਜਿੱਥੇ ਕਦੇ ਜਿਸ ਪਾਲਿਸੀ ਨੂੰ ਅਸੀਂ ਨੈਸ਼ਨਲ ਲੈਵਲ 'ਤੇ ਇੰਪਲੀਮੈਂਟ ਕੀਤਾ ਹੈ, ਜੀ ਜੀ, ਮੈਂ ਸਮਝਦਾ ਵੀ ਉਹਨੂੰ ਅਸੀਂ ਇੱਥੇ ਰੈਪਲੀਕੇਟ ਕਰਕੇ ਬੜੇ ਵਧੀਆ ਰਿਜ਼ਲਟ ਲਿਆ ਸਕਦੇ ਹਾਂ। ਸਭ ਤੋਂ ਵੱਡਾ ਫੋਕਸ ਇਹ ਹੈ ਵੀ ਬਚਪਨ ਤੋਂ ਸਹੀ ਟਾਈਮ 'ਤੇ ਬੱਚੇ ਦੀ ਟੈਲੈਂਟ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ। ਫਿਰ ਉਹਨਾਂ ਦੇ ਵਿੱਚੋਂ ਜਿਹੜਾ ਬੈਸਟ ਟੈਲੈਂਟ ਹੈ, ਜਿਹੜੇ ਉਹ ਪੈਰਾਮੀਟਰਸ ਨੂੰ
ਜਿਹੜੇ ਨੇ ਉਹਨਾਂ ਨੂੰ ਪੂਰੇ ਕਰਦੇ ਨੇ ਤਾਂ ਉਹਨਾਂ ਨੂੰ ਫਿਰ ਅਸੀਂ ਉਹ ਜਿਹੜੇ ਸਾਡੇ ਇੰਟਰਨੈਸ਼ਨਲ ਨੈਸ਼ਨਲ ਕੋਚਿਸ ਨੇ ਆਇਡੈਂਟੀਫਾਈ ਕਰਕੇ ਅਸੀਂ ਦਿੱਲੀ ਲਿਜਾਂਦੇ ਹਾਂ, ਉਹਨਾਂ ਨੂੰ ਕੋਚਿੰਗ ਦਿੰਦੇ ਹਾਂ। ਉਹ ਕੋਚਿੰਗ ਦੇ ਵਿੱਚੋਂ ਜਿਹੜੇ ਬੱਚੇ ਲੈਗਾਰਡ ਰਹਿ ਜਾਂਦੇ ਨੇ, ਪਿੱਛੇ ਰਹਿ ਜਾਂਦੇ ਨੇ, ਉਹਨਾਂ ਨੂੰ ਅਸੀਂ ਫਿਰ ਵਾਪਸ ਭੇਜ ਦਿੰਦੇ ਹਾਂ ਤਾਂ ਕਿ ਬੱਚੇ ਉੱਥੇ ਇਹ ਨਾ ਹੋਵੇ ਵੀ ਸਿਸਟਮ ਬਲੌਕ ਹੋ ਜਾਏ। ਹਰ ਸਾਲ ਨਵੇਂ ਬੱਚੇ ਆਉਂਦੇ ਨੇ ਅਤੇ ਤੁਸੀਂ ਉਹਦੀ ਆਊਟਪੁੱਟ ਦੇਖੋਗੇ ਵੀ ਅਸੀਂ ਤਕਰੀਬਨ ਅੱਜ ਸਾਡੀ ਇਹ ਜਿਵੇਂ ਕਿ ਵਰਲਡ ਦੇ ਵਿੱਚ ਜੂਨੀਅਰ 'ਚ ਨੰਬਰ 1 ਹੋਣਾ, ਜਿੱਥੇ ਸਾਈਕਲਿੰਗ 'ਚ ਕੋਈ ਨਾ ਹੀ ਨਹੀਂ ਹੈ ਸਾਡਾ, ਉੱਥੇ ਇੱਕ ਅਸੀਂ ਏਸ਼ੀਆ 'ਚ ਵੀ ਸਾਡਾ ਕੋਈ ਮੈਡਲ ਨਹੀਂ ਸੀ, ਅੱਜ ਜੂਨੀਅਰ ਵਰਲਡ ਨੰਬਰ ਹੋਣਾ ਉਹ ਇਸੇ ਕਰਕੇ ਹੈ ਵੀ ਅਸੀਂ ਉਹਨੂੰ ਹਰ ਤਰ੍ਹਾਂ ਦੀ ਖੁਰਾਕ ਜਿਹੜੀ ਹੈ ਬੈਸਟ ਦਿੰਦੇ ਹਾਂ, ਸਾਰਾ ਕੁਝ ਕਰਦੇ। ਬਹੁਤ ਸਾਈਕਲਿੰਗ ਦਾ ਨੰਬਰ 1 ਹੋ ਗਏ ਜੀ। ਅਤੇ ਪੰਜਾਬ ਦੇ ਵਿੱਚ ਆਪਾਂ ਜਿਹੜੀ ਸਿਆਸਤ ਹੈ 'ਚ ਨੰਬਰ 1 ਕਿਵੇਂ ਆਉਣਾ, ਇਹ ਸਵਾਲ ਮੇਰਾ ਨਹੀਂ, ਇਹ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਖੁੰਡ 'ਤੇ ਬੈਠਣ ਵਾਲੇ ਬੰਦਿਆਂ ਦਾ, ਦਰਵਾਜ਼ੇ ਦੇ ਵਿੱਚ ਬੈਠ ਕੇ ਗੱਲ ਕਰਨ ਵਾਲੇ ਬੰਦਿਆਂ ਦਾ, ਕਿਉਂਕਿ ਪਹਿਲੀ ਵਾਰ ਹੋ ਰਿਹਾ ਜਦੋਂ ਦੋਵੇਂ ਰਵਾਇਤੀ ਪਾਰਟੀਆਂ ਨੂੰ ਪੰਜਾਬ ਦੇ ਲੋਕ ਬਹੁਤ ਦੁਖੀ ਨੇ ਜਾਂ ਉਹਨਾਂ ਨੂੰ ਇਗਨੋਰ ਕਰਨਾ ਚਾਹੁੰਦੇ ਨੇ। ਸਵਾਲ ਕੀ ਆ ਪੰਜਾਬ ਦੇ ਵਿੱਚ ਤੀਸਰੇ ਬਦਲ ਦਾ ਸਵਾਲ, ਲੋਕਾਂ ਦਾ ਸਵਾਲ ਇਹ ਉੱਠਦਾ ਵੀ ਇਸ ਵਾਰ ਆਮ ਆਦਮੀ ਪਾਰਟੀ ਅਤੇ ਜਾਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਜਾਂ ਨਵਜੋਤ ਸਿੰਘ ਸਿੱਧੂ ਇਹ ਤੀਸਰੇ ਬਦਲ ਦਾ ਹੱਕਦਾਰ ਨੇ ਜਾਂ ਤੀਸਰਾ ਬਦਲ ਬਣ ਸਕਦੇ ਨੇ। ਤੁਸੀਂ ਕਿੱਥੇ ਕੁ ਆਪਦੇ ਆਪ ਨੂੰ ਮਹਿਸੂਸ ਕਰਦੇ? ਦੇਖੋ, ਮੈਂ ਬਿਲਕੁਲ ਸਹਿਮਤ ਹਾਂ। ਢੀਂਡਸਾ ਸਾਹਿਬ ਨੇ ਵੀ ਤੁਹਾਨੂੰ ਪਤਾ ਬਿਆਨ ਦਿੱਤਾ ਜੀ, ਮੈਂ ਵੀ ਕਈ ਵਾਰ ਕਿਹਾ ਵੀ ਬਾਦਲ ਦਲ ਅਤੇ ਕਾਂਗਰਸ ਤੋਂ ਬਿਨਾਂ ਜੀ ਅਸੀਂ ਕਿਸੇ ਨਾਲ ਵੀ ਕੰਮ ਕਰਨ ਨੂੰ ਤਿਆਰ ਹੈ ਜਿਹੜਾ ਪੰਜਾਬ ਦਾ ਭਲਾ ਕਰੇ। ਜੀ, ਸਾਡੀ ਜਿਹੜੀ ਕੋਰ ਆਈਡੀਓਲੋਜੀ ਹੈ ਅਕਾਲੀ ਦਲ ਦੀ, ਸਾਡੇ ਜੋ ਸਿਧਾਂਤ ਨੇ ਉਹਨਾਂ ਨੂੰ ਮੁੱਖ ਰੱਖ ਕੇ, ਉਹਨਾਂ ਨੂੰ ਐਕਸੈਪਟ ਕਰਕੇ ਜਿਹੜੇ ਸਾਡੇ ਨਾਲ ਚੱਲਣ ਨੂੰ ਤਿਆਰ ਨੇ। ਅਸੀਂ ਦੇਖੋ ਸਾਡਾ ਦੋ ਹੀ ਨੇ, ਪੰਜਾਬ ਦੇ ਹਿੱਤ ਜੀ ਤੇ ਪੰਥਕ ਜਿਹੜੀ ਵਿਚਾਰਧਾਰਾ ਹੈ ਜੀ ਜੀ ਉਹ 'ਤੇ ਪੂਰਾ ਪਹਿਰਾ ਦੇਣਾ। ਜੇ ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਨਵਜੋਤ ਸਿੰਘ ਸਿੱਧੂ ਨੇ, ਜੀ ਜੀ ਅਸੀਂ ਤਾਂ ਸਾਰੇ ਨਾਲ ਕੰਮ ਕਰਨ ਨੂੰ ਤਿਆਰ ਹਾਂ। ਵੀ ਸਾਡਾ ਸਿਰਫ ਮਕਸਦ ਹੈ ਵੀ ਪੰਜਾਬ ਜਿਹੜਾ ਤਰੱਕੀ ਕਰੇ, ਪੰਜਾਬ ਦੀ ਜਿਹੜੀ ਹੈ ਖੁਸ਼ਹਾਲੀ ਦੁਬਾਰੇ ਪੰਜਾਬ 'ਚ ਆਵੇ, ਸਾਡੇ ਜਿਵੇਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਉਰੇ ਰਹਿਣ। ਸੋ ਓਵਰਆਲ ਜਿਹੜੀ ਲੋਕ ਅੱਜ ਜਿਹੜਾ ਬੇਆਸ ਹੋ ਚੁੱਕੇ ਨੇ ਜੀ, ਉਹਨਾਂ ਨੂੰ ਮਤਲਬ ਕੋਈ ਦਿਖ ਨਹੀਂ ਰਹੀ, ਇੱਕ ਭਵਿੱਖ ਦਾ ਉਹਨਾਂ ਨੂੰ ਆਸ ਜਗਾਉਣੀ ਉਹ ਤਾਂ ਹੀ ਹੈ। ਬਿਲਕੁਲ ਲੋਕਾਂ ਦੀ, ਮੈਂ ਬਿਲਕੁਲ ਮੰਨਦਾ ਵੀ ਥਰਡ ਫਰੰਟ ਦੀ ਲੋਕਾਂ ਦੇ ਵਿੱਚ ਇੱਕ ਭਾਵਨਾ ਹੈਗੀ ਹੈ ਅਤੇ ਉਹ ਹੁਣ ਸਾਡੇ 'ਤੇ ਹੈ। ਇਹੋ ਜਿਹਾ ਕਿਹੜਾ ਏਜੰਡਾ, ਕਿਹੜਾ ਮੁੱਦਾ ਜਿਹੜਾ ਲੋਕ ਤੁਹਾਨੂੰ ਹੀ ਚੁਣਨ, ਜਿਹੜਾ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ, ਦੇਣਾ ਚਾਹੁੰਦੇ ਹੋ? ਸਭ ਤੋਂ ਵੱਡੀ ਜ਼ਰੂਰੀ ਹੈ ਹਾਂਜੀ ਕਿ ਸਾਫ਼ ਸੁਥਰਾ ਪ੍ਰਬੰਧ ਹੋਵੇ, ਜੀ, ਪ੍ਰਸ਼ਾਸਨ ਹੋਵੇ। ਇਹ ਅੱਜ ਹਰ ਬੰਦਾ ਚਾਹੁੰਦਾ ਹੈ, ਕਿਉਂਕਿ ਜੇ ਲੋਕਾਂ ਨੂੰ ਬਿਨਾਂ ਸਿਫਾਰਿਸ਼ ਤੋਂ, ਬਿਨਾਂ ਪੈਸੇ ਤੋਂ, ਜੇ ਉਹਨਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋਣ, ਉਹਨਾਂ ਦਾ ਹੱਕ ਮਿਲੇ। ਜੀ ਜੀ ਗੱਲ ਨਹੀਂ ਹੈ ਵੀ ਹਰ ਕਿਸੇ ਨੂੰ ਕੋਈ ਸਹੂਲਤ ਕੋਈ ਸਰਕਾਰ ਨਹੀਂ ਦੇ ਸਕਦੀ। ਅੱਜ ਲੋਕਾਂ ਦੀ ਆਸ ਇਹੀ ਹੁੰਦੀ ਹੈ ਵੀ ਹਰ ਕੋਈ ਨੂੰ ਮਿਲੇ। ਮੈਂ ਸਮਝਦਾ ਜੇ ਹੱਕਦਾਰ ਨੂੰ ਮਿਲ ਜੇ ਜੀ ਜੀ ਤਾਂ ਫਿਰ ਲੋਕ ਰੋਸ ਨਹੀਂ ਹੁੰਦਾ ਲੋਕਾਂ ਨੂੰ। ਜੀ ਜੀ ਹੱਕਦਾਰ ਨੂੰ ਚਾਹੇ ਕੋਈ ਵੀ ਚੀਜ਼ ਹੈ ਉਹਦਾ ਹੱਕ ਮਿਲੇ। ਪੰਜਾਬ ਦੇ ਵਿੱਚ ਜਿਹੜੀ ਅਰਥਚਾਰੇ ਦੇ ਤੌਰ 'ਤੇ ਅਸੀਂ ਸੁਧਾਰ ਲਿਆ ਸਕੀਏ, ਪੰਜਾਬ ਦੀ ਇਕਨੋਮਿਕ ਡਿਵੈਲਪਮੈਂਟ ਹੋਵੇ, ਇਹ ਸਾਰੀਆਂ ਚੀਜ਼ਾਂ ਚੰਗੇ ਪ੍ਰਬੰਧ ਨਾਲ ਜੁੜੀਆਂ ਹੋਈਆਂ। ਟਰਾਂਸਪੇਰੈਂਸੀ ਹੋਵੇ, ਕਰਪਸ਼ਨ ਫਰੀ। ਜੇ ਮੈਂ ਕਹਾਂ ਵੀ ਥੱਲੇ ਲੈਵਲ 'ਤੇ ਕਰਪਸ਼ਨ ਬਿਲਕੁਲ ਖਤਮ ਹੋ ਸਕਦੀ ਹੈ ਜੀ ਜੀ ਸਮੇਂ ਨਾਲ, ਐਟਲੀਸਟ ਘਟੇ ਤਾਂ ਸਹੀ, ਜੀ ਜੀ ਘਟਣੀ ਸ਼ੁਰੂ ਹੋਵੇ। ਇਹ ਵੀ ਉਧਰ ਨੂੰ ਤੁਰਨਾ ਵੀ ਬੜੀ ਵੱਡੀ ਗੱਲ ਹੈਗੀ ਹੈ। ਨਹੀਂ, ਅੱਜ ਤੁਸੀਂ ਦੇਖ ਰਹੇ ਹੋ ਦਿਨ ਪਰ ਦਿਨ ਵੱਧ ਰਿਹਾ ਸਾਰਾ ਕੁਝ। ਜੀ ਜੀ ਸਾਡਾ ਸਿਸਟਮ ਖਰਾਬ ਹੋ ਰਿਹਾ। ਜੇ ਅਸੀਂ ਉਹਨੂੰ ਦੁਬਾਰੇ ਸੁਧਾਰ ਵੱਲ ਤੋਰ ਲਈਏ, ਇਹ ਬੜੀ ਵੱਡੀ ਗੱਲ ਹੈ। ਤਾਂ ਹੀ ਹੋਊ ਜੇ ਉਤਲੀ ਲੀਡਰਸ਼ਿਪ 100% ਸੁਹਿਰਦ ਹੋਊਗੀ ਅਤੇ 100% ਇਮਾਨਦਾਰ ਹੋਊਗੀ, ਤਾਂ ਫਿਰ ਮੈਂ ਸਮਝਦਾ ਪੰਜਾਬ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਅਤੇ ਅਸੀਂ ਉਹ ਦੇਣ ਦਾ ਲੋਕਾਂ ਨੂੰ ਵਾਅਦਾ ਕਰਾਂਗੇ। ਜਿਹੜੇ ਚੋਣ ਮਨੋਰਥ ਪੱਤਰ ਵਿੱਚ ਵੱਖ-ਵੱਖ ਪਾਰਟੀਆਂ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕਰਦੀਆਂ ਨੇ, ਬਾਅਦ ਦੇ ਵਿੱਚ ਉਹਨਾਂ ਦੇ ਖਰਾ ਨਹੀਂ ਉਤਰਦੀਆਂ। ਕੈਪਟਨ ਸਾਹਿਬ ਨੇ ਬੜੇ ਵੱਡੇ ਵਾਅਦੇ ਕੀਤੇ, ਸੌਹਾਂ ਖਾਧੀਆਂ, ਅਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਸਿਰਫ ਇਹ ਲੋਕਾਂ ਨੂੰ ਆਸ ਬਣਨੀ ਚਾਹੀਦੀ ਹੈ ਕਿ ਉਹ ਤੁਸੀਂ ਜਿਹੜੇ ਵਾਅਦੇ ਕਰੋਗੇ ਉਹਨਾਂ ਦੇ ਉੱਤੇ ਆਉਣ ਵਾਲੇ ਟਾਈਮ 'ਚ ਖਰੇ ਉਤਰੋਗੇ। ਦੇਖੋ, ਲੋਕ ਅੱਜ ਕਈ ਵਾਅਦੇ ਕਰ ਲੈਂਦੇ, ਲੋਕਾਂ ਨੂੰ ਪਤਾ ਵੀ ਹੁੰਦਾ ਹੈ ਵੀ ਯਾਰ ਇਹ ਵਾਅਦੇ ਸਿਰਫ ਵਾਅਦੇ ਨੇ, ਇਹ ਪੂਰੇ ਨਹੀਂ ਇਹਨਾਂ ਨੇ ਕਰਨੇ, ਵੀ ਸਿਰਫ ਵੋਟਾਂ ਲੈਣ ਵਾਸਤੇ। ਫਿਰ ਵੀ ਆਪਾਂ ਗੱਲਾਂ 'ਚ ਆ ਜਾਂਦੇ ਹਾਂ। ਜਿਵੇਂ ਇਹਨਾਂ ਨੇ ਕਿਹਾ, ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਰਾ ਕਰਜ਼ਾ ਮਾਫ਼ ਕਰਾਂਗੇ, ਜੀ ਜੀ, ਅਸੀਂ ਘਰ ਘਰ ਨੌਕਰੀ ਦੇਵਾਂਗੇ। ਜੀ ਜੀ, ਇਹ ਜਿਹੜੇ ਟੋਟਲੀ ਝੂਠੇ ਸੀਗੇ। ਸਰਕਾਰੀ ਨੌਕਰੀ ਇੰਨੀ ਕੋਈ ਵੀ ਨਹੀਂ ਦੇ ਸਕਦਾ, ਅਤੇ ਸਾਨੂੰ ਰਾਦਰ
ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇਹ ਵਾਅਦੇ ਕਰਨ ਦੀ ਬਜਾਏ ਹਾਂਜੀ ਸਾਨੂੰ ਸਿਸਟਮ ਸੁਧਾਰਨ ਵੱਲ ਜੇ ਅਸੀਂ ਵਾਅਦੇ ਕਰੀਏ ਵੀ ਅਸੀਂ ਸਿਸਟਮ ਨੂੰ ਸੁਧਾਰਾਂਗੇ, ਉਹਦੇ ਨਾਲ ਇਹ ਵਾਅਦੇ ਆਟੋਮੈਟਿਕਲੀ ਹੌਲੀ ਹੌਲੀ ਪੂਰੇ ਹੋ ਜਾਣਗੇ। ਜਿਹੜੇ ਵਾਅਦੇ ਅੱਜ ਅਸੀਂ ਵਿਦਆਊਟ ਸਿਸਟਮ ਨੂੰ ਦਰੁਸਤ ਕੀਤੇ, ਜੀ ਜੀ, ਵਿਦਆਊਟ ਕਰਪਸ਼ਨ ਨੂੰ ਖਤਮ ਕੀਤੇ, ਵਿਦਆਊਟ ਜਿਹੜੀਆਂ ਟੈਕਸ ਦੀ ਫਿਲਫਰੇਜ ਹੈ ਜਿਹੜੀ ਉਹਨੂੰ ਖਤਮ ਕੀਤੇ, ਇਸ ਕੋਈ ਵਾਅਦੇ ਪੂਰੇ ਨਹੀਂ ਹੋ ਸਕਦੇ। ਕੋਈ ਸਰਕਾਰ ਆਈ ਜਾਵੇ, ਨਾ ਹੀ ਸੂਬਿਆਂ ਦੇ ਕੋਲ ਇਹ ਸਾਧਨ ਹੁੰਦੇ ਨੇ ਵੀ ਉਹ ਜਿੰਨੀ ਮਰਜ਼ੀ ਆਮਦਨ ਵਧਾ ਲੈਣ। ਜੀ ਜੀ, ਟੈਕਸ ਵੀ, ਕਿਉਂਕਿ ਜੇ ਟੈਕਸ ਇੱਕ ਲਿਮਿਟ ਤੋਂ ਵੱਧ ਹੈ ਤਾਂ ਉਹਦੇ ਚੋਰੀ ਸ਼ੁਰੂ ਹੋ ਜਾਂਦੀ ਹੈ। ਗੁਆਂਢੀ ਸੂਬਿਆਂ ਦੇ ਟੈਕਸ ਘੱਟ ਨੇ, ਤੁਹਾਡੇ ਵੱਧ ਨੇ, ਡਿਫਰੈਂਸ਼ੀਅਲ ਪੈਦਾ ਹੋ ਜਾਂਦਾ ਹੈ, ਤਾਂ ਜਿਹਦੇ ਨਾਲ ਸਮਾਂ ਉਲਟਾ ਅਰਥ ਵਿਵਸਥਾ ਹੋਰ ਤਹਿਸ ਨਹਿਸ ਹੋ ਜਾਂਦੀ ਹੈ। ਸੋ ਸਾਨੂੰ ਜਿਹੜੇ ਨੇ ਐਕਚੁਅਲੀ ਇਹ ਤਾਂ ਲੋਕਾਂ ਨੇ ਦੇਖਣਾ ਵੀ ਯਾਰ ਇਹ ਵਾਕਈ ਜਿਹੜੇ ਵਾਅਦੇ ਕਰ ਰਹੇ ਨੇ ਉਹ ਪੂਰੇ ਹੋਣਗੇ ਕਿ ਨਹੀਂ। ਜੀ ਜੀ, ਇਹ ਮੈਂ ਤਾਂ ਇਹ ਆਸ ਕਰਦਾ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ, ਸਾਡੇ ਸੂਬੇ ਦੇ ਨਾਗਰਿਕ ਨੇ, ਉਹ ਜ਼ਰੂਰ ਹਰ ਕਿਸੇ ਮੈਨੀਫੈਸਟੋ 'ਚੋਂ ਅੰਦਾਜ਼ਾ ਲਾ ਲੈਣ ਕਿ ਕਿਹੜੀ ਵਾਕਈ ਕੁਛ ਕਰਨਾ ਚਾਹੁੰਦੇ ਨੇ ਕਿ ਕਿਹੜੇ ਸਾਨੂੰ ਸਿਰਫ ਝੂਠੇ ਵਾਅਦੇ ਦਿਖਾ ਕੇ ਸਾਡੇ ਤੋਂ ਵੋਟਾਂ ਲੈਣਾ ਚਾਹੁੰਦੇ ਨੇ। ਢੀਂਡਸਾ ਸਾਹਿਬ, ਅੰਤ ਵਿੱਚ ਪੰਜਾਬ ਦੇ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਬਸ ਇੱਕ ਲਾਈਨ 'ਚ। ਦੇਖੋ, ਮੈਂ ਤਾਂ ਇਹੀ ਕਹੂੰਗਾ ਵੀ ਯੂਥ ਜਿਹੜਾ ਹੈ ਉਹਨੂੰ, ਪੰਜਾਬ ਦਾ ਯੂਥ ਖਾਸ ਤੌਰ 'ਤੇ ਬੜਾ ਇਮੋਸ਼ਨਲ ਹੈ। ਜੀ ਜੀ, ਅਤੇ ਸਾਨੂੰ ਜਿਹੜਾ ਹੈ ਯੂਥ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਤੁਸੀਂ ਬੜਾ ਵੱਡਾ ਰੋਲ ਅਦਾ ਕਰਨਾ ਹੈ ਜੀ ਜੀ, ਆਉਣ ਵਾਲੇ ਭਵਿੱਖ ਦੇ ਵਿੱਚ। ਜੀ ਜੀ, ਅਤੇ ਅੱਜ ਤੁਸੀਂ ਜਿਹੜਾ ਹੈ ਇਹ ਸਾਰਾ ਕੁਛ ਜੋ ਦੇਸ਼ ਦੀ ਸਿਸਟਮ ਹੈ ਉਹ ਤੋਂ ਭੱਜਣ ਦੀ ਬਜਾਏ ਜੀ ਜੀ, ਅਸੀਂ ਉਹਦੇ ਵਿੱਚ ਸੁਧਾਰ ਕਰਨ ਵਾਲੇ ਹਿੱਸਾ ਪਾਈਏ। ਜੀ ਜਿਵੇਂ ਤੁਸੀਂ ਕਹਿੰਦੇ ਨਾ ਬਾਹਰ ਭੱਜ ਰਹੇ ਨੇ, ਜੀ ਜੀ, ਹਾਂਜੀ, ਸਾਨੂੰ ਵਿੱਚ ਰਹਿ ਕੇ ਉਸ ਸਿਸਟਮ ਨੂੰ ਸੁਧਾਰ ਸਕਦੇ ਹਾਂ, ਅਸੀਂ ਬਾਹਰ ਭੱਜ ਕੇ ਨਹੀਂ ਸੁਧਾਰ ਸਕਦੇ। ਜੀ ਜੀ, ਸਾਨੂੰ ਬੱਚੇ ਜਿਹੜੇ ਨੇ ਉਹ ਸਿਆਸਤ ਤੋਂ ਵੀ ਕਿਨਾਰਾ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਇੱਕ ਇਮੇਜ ਐਸੀ ਬਣ ਗਈ ਬਿਲਕੁਲ ਵੀ ਸਾਰੇ ਸਿਆਸਤਦਾਨ ਚੋਰ ਨੇ, ਸਾਰੇ ਮਾੜੇ ਨੇ, ਅਤੇ ਬੱਚੇ ਉਹ ਤੋਂ ਵੀ ਕਿਨਾਰਾ ਕਰਦੇ ਨੇ। ਚੰਗੇ ਬੰਦੇ, ਐਜੂਕੇਟਡ ਬੰਦੇ, ਉਹਨਾਂ ਨੂੰ ਵੀ ਸਿਆਸਤ 'ਚ ਆਉਣਾ ਚਾਹੀਦਾ, ਕਿਨਾਰਾ ਨਹੀਂ ਕਰਨਾ ਚਾਹੀਦਾ। ਜੀ ਜੀ, ਜੇ ਅਸੀਂ ਕੋਈ ਚੰਗਾ ਕੰਮ ਸੂਬੇ ਵਾਸਤੇ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਉਸ ਇੱਥੇ ਰਹਿ ਕੇ, ਵਿੱਚ ਰਹਿ ਕੇ ਇਹ ਸਾਰੇ ਨੂੰ ਸੁਧਾਰ ਕਰਨ ਦੀ ਲੋੜ ਹੈ। ਅਤੇ ਮੈਂ ਇਹੀ ਕਹਿਣਾ ਵੀ ਪੰਜਾਬ ਇੱਕ ਐਸਾ ਸੂਬਾ ਹੈ ਕਿ ਸਾਡੇ ਜੋ ਖੂਨ ਦੇ ਵਿੱਚ ਹੈ ਜਿਹੜੀ ਗੱਲ, ਜੀ ਜੀ, ਜੋ ਮਿਹਨਤ, ਜੋ ਇੱਕ ਐਂਟਰਪ੍ਰੇਨਿਓਰਸ਼ਿਪ ਸਾਡੇ ਬਲੱਡ ਦੇ ਵਿੱਚ ਹੈ, ਉਹਨੂੰ ਜੇ ਅਸੀਂ ਪ੍ਰੋਪਰਲੀ ਯੂਟੀਲਾਈਜ਼ ਕਰੀਏ ਤਾਂ ਫਿਰ ਵੀ ਪੰਜਾਬ ਜਿਹੜਾ ਦੁਬਾਰੇ ਜਿਹੜਾ ਖੜਾ ਹੋ ਕੇ ਪੰਜਾਬ ਦੇ ਹਿੰਦੁਸਤਾਨ ਦਾ ਨੰਬਰ 1 ਸੂਬਾ ਬਣਨ ਦੀ ਸਮਰੱਥਾ ਰੱਖਦਾ ਹੈ, ਅਤੇ ਬਣ ਵੀ ਜਾਏਗਾ। ਪਰ ਉਹ ਸਾਡੇ ਨੌਜਵਾਨਾਂ ਨੂੰ ਉਹਦੇ ਵਿੱਚ ਅਹਿਮ ਹਿੱਸਾ ਪਾਉਣਾ ਪਏਗਾ, ਉਹ ਤੋਂ ਭੱਜਣਾ ਨਹੀਂ ਪਊਗਾ। ਪਰਮਾਤਮਾ ਤੁਹਾਡੀਆਂ ਆਸਾਂ ਨੂੰ ਪੂਰ ਪਾਵੇ। ਬਹੁਤ ਬਹੁਤ ਧੰਨਵਾਦ ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ। ਅਤੇ ਮੈਂ ਜਗਰੂਪ ਸਿੰਘ ਜਰਖੜ ਅਤੇ ਮੇਰੇ ਨਾਲ ਯਾਦਵਿੰਦਰ ਸਿੰਘ ਤੂਰ ਅਤੇ ਜਗਦੀਪ ਸਿੰਘ ਕਾਲੂ, ਖੇਡ ਮੈਦਾਨ ਬੋਲਦਾ ਦੀ ਪੂਰੀ ਟੀਮ। ਫਿਰ ਮਿਲਾਂਗੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ, ਕਿਸੇ ਨਵੇਂ ਮੁੱਦੇ 'ਤੇ। ਬਹੁਤ ਬਹੁਤ ਧੰਨਵਾਦ।